हाँ जी, ਅੱਜ ਅਸੀਂ ਕਰਨ ਜਾ ਰਹੇ ਹਾਂ SST ਦਾ ਲੈਸਨ 4 ਜੋ ਕਿ 6th ਕਲਾਸ ਦਾ ਹੈਗਾ ਆ। ਠੀਕ ਹੈ, ਆਪਾਂ ਕੁਐਸਚਨ ਆਨਸਰ ਡਿਸਕਸ ਕਰਾਂਗੇ ਇਨ ਹਿੰਦੀ ਨਹੀਂ, ਇਨ ਪੰਜਾਬੀ ਐਂਡ ਇੰਗਲਿਸ਼ ਮੀਡੀਅਮ। ਠੀਕ ਹੈ, ਆਪਾਂ 4th ਲੈਸਨ ਕਰਨ ਜਾ ਰਹੇ ਹਾਂ ਤੇ 4th ਲੈਸਨ ਕਿਹੜਾ ਹੈ, ਆਪਣਾ ਨਾਮ ਕੀ ਹੈ ਚੈਪਟਰ ਦਾ? ਨਕਸ਼ੇ ਸਾਡੇ ਕਿਵੇਂ ਮਦਦਗਾਰ। ਠੀਕ ਹੈ, ਚੈਪਟਰ ਦਾ ਨਾਮ ਆ ਨਕਸ਼ੇ ਸਾਡੇ ਕਿਵੇਂ ਮਦਦਗਾਰ। ਇੰਗਲਿਸ਼ ਮੀਡੀਅਮ ਤੇ ਪੰਜਾਬੀ ਮੀਡੀਅਮ ਦੋਨਾਂ ਦੇ ਵਿੱਚ ਕੁਐਸਚਨ ਆਨਸਰ ਹੈਗੇ ਨੇ। ਠੀਕ ਹੈ, ਆਪਾਂ ਡਿਸਕਸ ਕਰ ਲੈਂਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਕੀ ਆ? ਨਕਸ਼ਾ ਕੀ ਹੈ, ਮਤਲਬ ਨਕਸ਼ਾ ਕਹਿੰਦੇ ਕਿਹਨੂੰ ਆ? ਇੱਕ ਨਕਸ਼ਾ ਪੂਰੀ ਧਰਤੀ ਦਾ ਜਾਂ ਕੁਝ ਭਾਗ ਦੇ ਪੈਮਾਨੇ ਅਨੁਸਾਰ ਪੱਧਰੀ ਸਤ੍ਹਾ ਤੇ ਖਿੱਚਿਆ ਹੋਇਆ ਰੂਪ ਹੈ। ਨਕਸ਼ਾ ਕੀ ਹੁੰਦਾ ਆ ਕਿ ਇੱਕ ਪੱਧਰੀ ਸਤ੍ਹਾ ਤੇ ਆਪਾਂ ਕੁਝ ਖਿੱਚ ਦਿੰਦੇ ਆ ਪੈਮਾਨੇ, ਉਸਨੂੰ ਆਪਾਂ ਕੀ ਕਹਿੰਦੇ ਆ? ਨਕਸ਼ਾ ਕਹਿੰਦੇ ਆ। ਠੀਕ ਹੈ, ਇਹਨੂੰ ਦੇਖ ਕੇ ਜ਼ਿਆਦਾ ਪਤਾ ਲੱਗੇਗਾ। ਜਿਵੇਂ ਕਿ ਤੁਸੀਂ ਇੱਥੇ ਦੇਖ ਰਹੇ ਹੋ। ਠੀਕ ਹੈ, ਕੀ ਹੈ? ਇੱਕ ਨਕਸ਼ਾ ਹੈਗਾ ਹੈ। ਕੀ ਆ? ਨਕਸ਼ਾ ਆ। ਕਿਵੇਂ ਆ? ਹੁਣ ਇਹਦੇ ਵਿੱਚ ਕੀ ਕੀਤਾ ਗਿਆ? ਇਹ ਇੱਕ ਪੱਧਰੀ ਸਤ੍ਹਾ ਤੇ ਇੱਕ ਕਾਗਜ਼ ਤੇ ਖਿੱਚਿਆ ਗਿਆ ਆ। ਠੀਕ ਹੈ, ਤੇ ਇਹਦੇ ਵਿੱਚ ਬਿਲਕੁਲ ਉਹੀ ਸ਼ੋਅ ਕੀਤਾ ਗਿਆ ਜੋ ਸਾਡੇ ਇਸ ਗਲੋਬ ਤੇ ਦਿਖਾਇਆ ਗਿਆ ਹੈ। ਠੀਕ ਹੈ, ਜੋ ਚੀਜ਼ ਜਿੱਥੇ ਹੈ ਉੱਥੇ ਹੀ ਉਸਨੂੰ ਦਿਖਾਇਆ ਗਿਆ। ਜਿਹੜਾ ਦੇਸ਼ ਜਿੱਥੇ ਹੈ ਉੱਥੇ ਹੀ ਉਸਨੂੰ ਦਿਖਾਇਆ ਗਿਆ। ਠੀਕ ਹੈ, ਜਿਵੇਂ ਕਿ ਸਾਡਾ ਇੰਡੀਆ ਕਿੱਥੇ ਆ ਰਿਹਾ? ਇੰਡੀਆ ਜਿੱਥੇ ਹੈ ਇਸ ਗਲੋਬ ਦੇ ਵਿੱਚ ਉੱਥੇ ਹੀ ਇਸ ਨਕਸ਼ੇ ਤੇ ਦਿਖਾਇਆ ਗਿਆ। ਠੀਕ ਹੈ, ਆ ਹੋ ਗਿਆ ਆਪਣਾ ਏਸ਼ੀਆ ਤੇ ਯੂਰਪ ਕੌਂਟੀਨੈਂਟਸ ਹੋ ਗਏ। ਆ ਹੋ ਗਿਆ ਆਪਣਾ ਸਾਊਥ ਅਮਰੀਕਾ, ਆ ਹੋ ਗਿਆ ਨਾਰਥ ਅਮਰੀਕਾ, ਅਫਰੀਕਾ, ਆਸਟ੍ਰੇਲੀਆ ਤੇ ਨੀਚੇ ਕਿਹੜਾ ਹੈਗਾ ਆ? ਆਪਣਾ ਹੈਗਾ ਹੈ ਅੰਟਾਰਕਟਿਕਾ। ਇਹ ਸਭ ਕੁਝ ਜਿਸ ਤਰ੍ਹਾਂ ਦਾ ਹੈਗਾ ਇਸ ਗਲੋਬ ਦੇ ਉੱਤੇ ਜਾਂ ਸਾਡੀ ਰੀਅਲ ਧਰਤੀ ਦੇ ਉੱਤੇ, ਉਸਨੂੰ ਅਸੀਂ ਕੀ ਕੀਤਾ? ਇਸ ਨਕਸ਼ੇ ਤੇ ਖਿੱਚ ਦਿੱਤਾ ਜੋ ਕਿ ਪੱਧਰਾ। ਇਹਨੂੰ ਆਪਾਂ ਕੀ ਕਹਿੰਦੇ ਆ? ਨਕਸ਼ਾ ਕਹਿੰਦੇ ਆ। ਠੀਕ ਹੈ, ਸੈਕਿੰਡ ਕੁਐਸਚਨ ਕੀ ਆ ਆਪਣਾ? ਗਲੋਬ ਕੀ ਹੈ? ਗਲੋਬ ਕਿਹਨੂੰ ਕਹਿੰਦੇ ਆ? ਗਲੋਬ ਧਰਤੀ ਦਾ ਸਹੀ ਰੂਪ ਵਿੱਚ ਮਾਡਲ ਹੁੰਦਾ ਹੈ। ਗਲੋਬ ਕੀ ਹੁੰਦਾ? ਜਿਵੇਂ ਕਿ ਸਾਡੀ ਅਰਥ, ਸਾਡੀ ਧਰਤੀ ਰੀਅਲ ਦੇ ਵਿੱਚ ਜਿਸ ਤਰ੍ਹਾਂ ਦਿਖ ਰਹੀ ਹੁੰਦੀ ਆ, ਬਿਲਕੁਲ ਉਸੇ ਤਰ੍ਹਾਂ ਇਹਨੂੰ ਵੀ ਬਣਾਇਆ ਗਿਆ ਹੈ। ਠੀਕ ਹੈ, ਇਹ ਮਿਨੀਏਚਰ ਹੁੰਦਾ ਸਾਡੀ ਅਰਥ ਦਾ। ਠੀਕ ਹੈ, ਸਾਡੀ ਅਰਥ ਦੇ ਵਿੱਚ ਜੋ ਵੀ ਓਸ਼ਨ ਜਿਸ ਜਗ੍ਹਾ ਤੇ ਹੈ, ਜਿੰਨਾ ਵੱਡਾ ਹੈ, ਠੀਕ ਹੈ, ਉਸ ਦੇ ਅਕੋਰਡਿੰਗ ਹੀ ਇਹ ਕੀ ਆ ਆਪਣਾ ਤਿਆਰ ਕੀਤਾ ਗਿਆ ਗਲੋਬ। ਠੀਕ ਹੈ, ਇਸ ਨੂੰ ਕੀ ਕਹਿੰਦੇ ਆਪਾਂ? ਗਲੋਬ ਕਹਿੰਦੇ ਆ। ਜਿਸ ਦੇ ਵਿੱਚ ਸਾਡੀ ਅਰਥ ਤੇ ਨਦੀਆਂ ਪਹਾੜ, ਦੇਸ਼, ਕੌਂਟੀਨੈਂਟਸ, ਠੀਕ ਹੈ, ਜੰਗਲ, ਜੋ ਚੀਜ਼ ਜਿੱਥੇ ਹੈਗੀ ਆ ਅਸਲੀ ਦੇ ਵਿੱਚ ਸਾਡੀ ਅਰਥ ਦੇ ਉੱਤੇ ਬਿਲਕੁਲ ਸੇਮ ਹੀ ਆਪਾਂ ਇਸ ਦੇ ਉੱਤੇ ਦਿਖਾਇਆ ਗਿਆ। ਇਹਨੂੰ ਕੀ ਕਹਿੰਦੇ ਆ ਆਪਾਂ? ਗਲੋਬ ਕਹਿੰਦੇ ਆ। ਇਸ ਨੂੰ ਆਪਾਂ ਮੰਨ ਸਕਦੇ ਹਾਂ ਕਿ ਇਹ ਕੀ ਆ? ਛੋਟਾ ਧਰਤੀ ਦਾ ਰੂਪ ਹੀ ਆ। ਠੀਕ ਹੈ, ਗਲੋਬ ਤੇ ਤੁਹਾਨੂੰ ਪਤਾ ਲੱਗ ਗਿਆ ਨਕਸ਼ਾ ਕੀ ਆ, ਗਲੋਬ ਕੀ ਆ। ਹੁਣ ਆਪਾਂ ਥਰਡ ਕੁਐਸਚਨ ਦੇਖ ਲੈਨੇ ਆ ਵੀ ਥਰਡ ਕੁਐਸਚਨ ਕੀ ਆ? ਨਕਸ਼ੇ ਤੇ ਗਲੋਬ ਵਿੱਚ ਕੀ ਅੰਤਰ ਹੈ? ਅੰਤਰ ਕੀ ਆ? ਡਿਫਰੈਂਸ ਕੀ ਆ ਗਲੋਬ ਦੇ ਵਿੱਚ ਤੇ ਨਕਸ਼ੇ ਦੇ ਵਿੱਚ? ਪਹਿਲਾਂ ਆਪਾਂ ਪੜ੍ਹ ਲੈਂਦੇ ਹਾਂ ਕੀ ਲਿਖਿਆ। ਗਲੋਬ ਧਰਤੀ ਦਾ ਮਾਡਲ ਹੁੰਦਾ ਹੈ। ਇਹ ਧਰਤੀ ਦੀ ਤਰ੍ਹਾਂ ਹੀ ਗੋਲ ਅਤੇ ਝੁਕਿਆ ਹੋਇਆ ਹੁੰਦਾ ਹੈ, ਜਦਕਿ ਨਕਸ਼ਾ ਪੱਧਰੀ ਸਤ੍ਹਾ ਤੇ ਖਿੱਚਿਆ ਜਾਂਦਾ ਹੈ। ਠੀਕ ਹੈ, ਹੁਣ ਦੇਖੋ ਕੀ ਆ ਇੱਥੇ, ਦੇਖੋ ਕੀ ਆ? ਗਲੋਬ ਇਹ ਕੀ ਆ? ਗੋਲ ਆ, ਜਿਵੇਂ ਕਿ ਸਾਡੀ ਅਰਥ ਗੋਲ ਆ। ਠੀਕ ਹੈ, ਝੁਕਿਆ ਹੋਇਆ। ਆ ਦੇਖੋ ਇਸ ਤਰ੍ਹਾਂ ਇਹਦੀ ਸ਼ੇਪ ਆ ਰਹੀ ਹੈ ਨਾ, ਝੁਕਿਆ ਹੋਇਆ। ਇਹਦੇ ਜਿਹੜੇ ਨਾਰਥ ਪੋਲ ਤੇ ਸਾਊਥ ਪੋਲ, ਉੱਤਰੀ ਧਰੁਵ ਤੇ ਦੱਖਣੀ ਧਰੁਵ ਕਿਵੇਂ ਨੇ? ਝੁਕੇ ਹੋਏ ਨੇ, ਟੇਢੇ ਆ। ਉਸੇ ਤਰ੍ਹਾਂ ਇਹਦੇ ਵਿੱਚ ਵੀ ਹੈਗਾ ਆ। ਠੀਕ ਹੈ, ਪਰ ਜਦ ਆਪਾਂ ਨਕਸ਼ਾ ਦੇਖਦੇ ਹਾਂ ਤਾਂ ਨਕਸ਼ੇ ਤੇ ਕੀ ਦਿਖ ਰਿਹਾ ਸਾਨੂੰ? ਕਿ ਸਭ ਕੁਝ ਆਪਾਂ ਇੱਕ ਕਾਗਜ਼ ਦੇ ਉੱਤੇ ਆਪਾਂ ਫਿੱਟ ਕਰ ਦਿੱਤਾ। ਠੀਕ ਹੈ, ਖਿੱਚ ਦਿੱਤਾ। ਠੀਕ ਹੈ, ਹੁਣ ਤੁਹਾਨੂੰ ਇੱਥੇ ਸਾਹਮਣੇ ਸਾਰਾ ਕੁਝ ਦਿਖਾਈ ਦੇ ਰਿਹਾ ਤੇ ਤੁਹਾਨੂੰ ਏਸ਼ੀਆ ਤੇ ਯੂਰਪ ਵੀ ਦਿਖਾਈ ਦੇ ਰਿਹਾ, ਅਫਰੀਕਾ ਵੀ ਦਿਖਾਈ ਦੇ ਰਿਹਾ, ਸਾਊਥ ਅਮਰੀਕਾ ਤੇ ਨਾਰਥ ਅਮਰੀਕਾ, ਸਾਰੇ ਕੰਟੀਨੈਂਟਸ ਤੁਹਾਨੂੰ ਇਸ ਕਾਗਜ਼ ਤੇ ਦਿਖਾਈ ਦੇ ਰਿਹਾ ਸਾਹਮਣੇ। ਬਟ ਆਪਾਂ ਜਦ ਇੱਧਰ ਦੇਖਦੇ ਹਾਂ, ਜਦ ਆਪਾਂ ਇਸ ਗਲੋਬ ਤੇ ਦੇਖਦੇ ਹਾਂ, ਠੀਕ ਹੈ, ਫਿਰ ਕੀ ਸਾਨੂੰ ਸਾਰਾ ਕੁਝ ਦਿਖਾਈ ਦੇ ਰਿਹਾ? ਨਹੀਂ, ਸਾਨੂੰ ਬਸ ਥੋੜਾ ਜਿਹਾ ਹਿੱਸਾ ਦਿਖਾਈ ਦੇ ਰਿਹਾ। ਬਾਕੀ ਹਿੱਸਾ ਕਦੋਂ ਦਿਖਾਈ ਦੇਗਾ? ਜਦੋਂ ਇਹ ਰੋਟੇਟ ਕਰਾਂਗੇ ਆਪਾਂ, ਠੀਕ ਹੈ, ਘੁਮਾਵਾਂਗੇ, ਉਦੋਂ ਦਿਖਾਈ ਦੇਗਾ। ਠੀਕ ਹੈ, ਇਸੇ ਤਰ੍ਹਾਂ ਅਰਥ ਦੇ ਉੱਤੇ ਜਦ ਲੋਕੀ ਜਾਂਦੇ ਨੇ ਪੁਲਾੜ ਦੇ ਵਿੱਚ, ਉੱਥੋਂ ਅਰਥ ਨੂੰ ਦੇਖਦੇ ਆ ਤਾਂ ਉਹਨੂੰ ਸਾਰਾ ਅਰਥ ਨਹੀਂ ਦਿਖਾਈ ਦਿੰਦਾ, ਉਹ ਪਾਸਾ ਦਿਖਾਈ ਦੇ ਰਿਹਾ ਹੁੰਦਾ ਜਿਹੜਾ ਉਸ ਪਾਸੇ ਉਸ ਟਾਈਮ ਉਹਨਾਂ ਦੇ ਸਾਹਮਣੇ ਹੁੰਦਾ। ਠੀਕ ਹੈ, ਫਿਰ ਜਦੋਂ ਅਰਥ ਘੁੰਮਦੀ ਆ ਫਿਰ ਉਹਨਾਂ ਨੂੰ ਦੂਜਾ ਪਾਸਾ ਦਿਖਾਈ ਦਿੰਦਾ ਆ। ਠੀਕ ਹੈ, ਇਸ ਤਰ੍ਹਾਂ ਕੀ ਆ ਅਰਥ ਗਲੋਬ ਦੇ ਵਿੱਚ ਸਾਨੂੰ ਹਰੇਕ ਚੀਜ਼ ਸਾਹਮਣੇ ਨਹੀਂ ਦਿਖਾਈ ਦੇ ਰਹੀ। ਜਦ ਆਪਾਂ ਘੁਮਾਵਾਂਗੇ ਫਿਰ ਜਿਹੜੇ ਏਰੀਆ ਸਾਹਮਣੇ ਆਉਂਦੇ ਜਾਣਗੇ ਉਹ ਦਿਖਾਈ ਦੇਵੇਗਾ। ਜਦਕਿ ਨਕਸ਼ੇ ਦੇ ਵਿੱਚ ਕੀ ਹੁੰਦਾ? ਉਹ ਸਾਰਾ ਕੁਝ ਆਪਾਂ ਇੱਕ ਕਾਗਜ਼ ਦੇ ਉੱਤੇ ਸਾਹਮਣੇ ਹੀ ਰੱਖਿਆ ਹੁੰਦਾ, ਸਾਰਾ ਕੁਝ ਸਾਨੂੰ ਦਿਖਾਈ ਦੇ ਰਿਹਾ ਹੁੰਦਾ। ਠੀਕ ਹੈ, ਡਿਫਰੈਂਸ ਹੁੰਦਾ ਇਹਨਾਂ ਦਾ। ਅਗਲਾ ਫੋਰਥ ਕੁਐਸਚਨ ਕੀ ਆ? ਨਕਸ਼ੇ ਕਿਉਂ ਬਣਾਏ ਗਏ ਹਨ? ਇਹਨਾਂ ਦੀ ਮਹੱਤਤਾ ਦੱਸੋ। ਆਪਾਂ ਨਕਸ਼ੇ ਬਣਾਏ ਕਿਉਂ ਆ? ਕੀ ਲੋੜ ਪਈ ਵੀ ਸਾਨੂੰ ਨਕਸ਼ਾ ਬਣਾਉਣਾ ਪਿਆ? ਠੀਕ ਹੈ, ਨਕਸ਼ੇ ਕਿਸੇ ਸਥਾਨ ਦੀ ਸਥਿਤੀ ਪਤਾ ਕਰਨ ਲਈ ਬਣਾਏ ਜਾਂਦੇ ਹਨ। ਨਕਸ਼ੇ ਇੱਕ ਸਥਾਨ ਦੀ ਦੂਸਰੇ ਸਥਾਨ ਤੋਂ ਦੂਰੀ ਅਤੇ ਸਮਾਂ ਪਤਾ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ। ਨਕਸ਼ੇ ਦੀ ਸਹਾਇਤਾ ਨਾਲ ਅਸੀਂ ਸੜਕਾਂ, ਨਦੀਆਂ, ਰੇਲ ਆਦਿ ਦਾ ਪਤਾ ਕਰ ਸਕਦੇ ਹਾਂ। ਠੀਕ ਹੈ, ਨਕਸ਼ੇ ਕਿਉਂ ਬਣਾਏ ਗਏ ਆ? ਨਕਸ਼ੇ ਅਸੀਂ ਬਣਾਏ ਆ ਤਾਂ ਜੋ ਸਾਨੂੰ ਪਤਾ ਲੱਗ ਜੇ ਵੀ ਕੋਈ ਜਗ੍ਹਾ ਕਿੱਥੇ ਹੈ। ਠੀਕ ਹੈ, ਆ ਵੇਖੋ
ਹੁਣ ਜਿਵੇਂ ਕਿ ਆਪਾਂ ਇਹ ਨਕਸ਼ਾ ਦੇਖਦੇ ਹਾਂ, ਸਾਨੂੰ ਇਹ ਦੇਖ ਕੇ ਪਤਾ ਚੱਲ ਗਿਆ ਕਿ ਜੇ ਆਪਾਂ ਇੰਡੀਆ ਜਾਵਾਂਗੇ ਤਾਂ ਇੰਡੀਆ ਜਾਣ ਦੇ ਲਈ, ਜੇ ਤੁਸੀਂ ਇੱਥੇ ਖੜੇ ਹੋ ਤਾਂ ਇੰਡੀਆ ਜਾਣ ਦੇ ਲਈ ਤੁਹਾਨੂੰ ਇਸ ਸਾਈਡ ਜਾਣਾ ਪਏਗਾ। ਠੀਕ ਹੈ, ਇਹ ਕਿਉਂ ਪਤਾ ਲੱਗਿਆ? ਜਦ ਨਕਸ਼ਾ ਹੈ ਸਾਡੇ ਕੋਲ ਤਾਂ ਹੀ ਪਤਾ ਲੱਗਿਆ। ਠੀਕ ਹੈ, ਜੇ ਮੈਂ ਅਮਰੀਕਾ ਜਾਣਾ ਹੈ ਤਾਂ ਮੈਨੂੰ ਇੱਧਰ ਜਾਣਾ ਪਏਗਾ। ਠੀਕ ਹੈ, ਜੇ ਮੈਂ ਆਸਟ੍ਰੇਲੀਆ ਜਾਣਾ ਆ ਤਾਂ ਪਹਿਲਾਂ ਮੈਂ ਸਿੱਧਾ ਜਾਵਾਂਗੀ, ਫਿਰ ਇੱਧਰ ਨੂੰ ਮੈਨੂੰ ਆਉਣਾ ਪਏਗਾ। ਇਹ ਸਾਨੂੰ ਕਿਵੇਂ ਪਤਾ ਲੱਗ ਰਿਹਾ? ਸਾਨੂੰ ਨਕਸ਼ੇ ਦੇ ਥਰੂ ਪਤਾ ਲੱਗ ਰਿਹਾ ਵੀ ਅਸੀਂ ਕਿਸ ਡਾਇਰੈਕਸ਼ਨ 'ਤੇ ਜਾਵਾਂਗੇ, ਕਿਸ ਡਾਇਰੈਕਸ਼ਨ ਵਿੱਚ ਜਾਵਾਂਗੇ ਕਿਸੇ ਜਗ੍ਹਾ 'ਤੇ ਜਾਣ ਲਈ। ਠੀਕ ਹੈ, ਨਕਸ਼ਿਆਂ ਦੇ ਥਰੂ ਪਤਾ ਲੱਗਿਆ। ਇਸ ਦੇ ਨਾਲ ਹੀ ਇਹ ਕੀ ਕਰਦਾ? ਸਾਨੂੰ ਟਾਈਮ ਪਤਾ ਕਰਨ ਵਿੱਚ ਵੀ ਹੈਲਪ ਕਰਦਾ ਹੈ। ਟਾਈਮ ਕਿਵੇਂ ਪਤਾ ਲੱਗਦਾ? ਹੁਣ ਤੁਹਾਨੂੰ ਇਹਦੇ ਵਿੱਚ ਦਿਖਾਈ ਦੇ ਰਿਹਾ ਹੋਵੇਗਾ ਕਿ ਇਹ ਲਾਈਨਾਂ ਬਣੀਆਂ ਹੋਈਆਂ ਨੇ। ਠੀਕ ਹੈ, ਆਹ ਵੇਖੋ, ਇਸ ਤਰ੍ਹਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਬਣੀਆਂ ਹੋਈਆਂ ਨੇ। ਠੀਕ ਹੈ, ਇਹ ਲਾਈਨਸ ਸਾਨੂੰ ਹੈਲਪ ਕਰਦੀਆਂ ਨੇ ਟਾਈਮ ਪਤਾ ਕਰਨ ਲਈ। ਸਾਨੂੰ ਪਤਾ ਹੈ ਕਿ ਪੂਰੇ ਦੇ ਪੂਰੇ ਅਰਥ ਦੇ ਉੱਤੇ ਸੇਮ ਟਾਈਮ ਨਹੀਂ ਹੁੰਦਾ। ਠੀਕ ਹੈ, ਅਮਰੀਕਾ ਦਾ ਟਾਈਮ ਅਲੱਗ ਹੋਏਗਾ, ਇੰਡੀਆ ਦਾ ਟਾਈਮ ਅਲੱਗ ਹੋਏਗਾ, ਰਸ਼ੀਆ ਦਾ ਟਾਈਮ ਅਲੱਗ ਹੋਏਗਾ, ਸਭ ਦਾ ਆਪਣਾ ਆਪਣਾ ਟਾਈਮ ਹੁੰਦਾ। ਇਹ ਟਾਈਮ ਪਤਾ ਕਿਵੇਂ ਲੱਗਦਾ ਹੈ? ਆ ਜੋ ਲਾਈਨਸ ਨੇ ਨਾ, ਆ ਜਿਹੜੀ ਤੁਹਾਨੂੰ ਦਿਖਾਈ ਦੇ ਰਹੀ ਹੋਣੀ ਹੈ ਡੋਟ 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 ਦੇ ਵਿੱਚ ਇਸ ਤਰ੍ਹਾਂ ਦੀ ਲਾਈਨ, ਉਹ ਕੀ ਆ? ਗ੍ਰੀਨ ਵਿੱਚ ਲਾਈਨ। ਠੀਕ ਹੈ, ਗ੍ਰੀਨ ਵਿੱਚ ਥਾਂ ਤੋਂ ਨਿਕਲ ਰਹੀ ਆ। ਠੀਕ ਹੈ, ਤੇ ਇਸ ਤੋਂ ਇੱਥੇ ਕੀ ਆ? ਇੱਥੋਂ ਦੀ ਟਾਈਮ ਸ਼ੁਰੂ ਹੁੰਦਾ। ਜਿਵੇਂ ਆਪਾਂ 1 ਡਿਗਰੀ ਇੱਧਰ ਜਾਵਾਂਗੇ, ਕੀ ਹੋ ਜਾਏਗਾ? 4 ਮਿੰਟ 8 ਹੋ ਜਾਏਗਾ। ਫਿਰ 1 ਡਿਗਰੀ ਜਾਵਾਂਗੇ, ਫਿਰ 4 ਮਿੰਟ 8 ਹੋ ਜਾਏਗਾ, ਮਤਲਬ 8 ਮਿੰਟ ਦਾ ਸਮਾਂ ਅੱਗੇ ਹੋ ਜਾਏਗਾ। ਠੀਕ ਹੈ, ਮਤਲਬ ਜਿਵੇਂ ਆਪਾਂ ਇਹ ਜਿਹੜੀਆਂ ਲਾਈਨਸ ਹੁੰਦੀਆਂ ਨੇ 1 ਡਿਗਰੀ 'ਤੇ ਪਈਆਂ ਹੋਈਆਂ ਨੇ। ਠੀਕ ਹੈ, ਜਿਵੇਂ ਜਿਵੇਂ ਆਪਾਂ 1 ਡਿਗਰੀ ਅੱਗੇ ਵੱਧਦੇ ਜਾ ਰਹੇ ਹਾਂ, ਉਹ ਟਾਈਮ ਕੀ ਆ? 4 ਇਨਕਰੀਜ਼ ਹੁੰਦਾ ਜਾ ਰਿਹਾ। ਠੀਕ ਹੈ, ਇਸ ਲਈ ਕੀ ਹੁੰਦਾ? ਜਿੱਦਾਂ ਹੀ ਆਪਾਂ ਇੱਧਰ ਜਾਵਾਂਗੇ ਟਾਈਮ ਕੀ ਹੋਏਗਾ? ਵੱਧਦਾ ਜਾਏਗਾ। ਠੀਕ ਹੈ, ਜੇ ਇੱਧਰ ਕੀ ਆ 10 ਵਜੇ ਆ ਤੇ ਇੱਧਰ ਜਾਵਾਂਗੇ ਤਾਂ ਟਾਈਮ 10 ਤੋਂ ਜ਼ਿਆਦਾ ਹੋਏਗਾ। ਠੀਕ ਹੈ, ਪਰ ਜੇ ਆਪਾਂ ਇਸ ਡਾਇਰੈਕਸ਼ਨ ਵਿੱਚ ਜਾਵਾਂਗੇ ਤਾਂ ਟਾਈਮ ਕੀ ਹੋਏਗਾ? 10 ਤੋਂ ਘੱਟ ਹੋਏਗਾ। ਠੀਕ ਹੈ, ਕੀ ਹੁੰਦਾ ਆ? ਇਹ ਸਾਨੂੰ ਹੈਲਪ ਕਰਦਾ ਹੈ ਟਾਈਮ ਪਤਾ ਕਰਨ ਦੇ ਵਿੱਚ। ਹੁਣ ਇਹ ਕਿਵੇਂ ਪਤਾ ਕਰਦੇ ਹਾਂ ਟਾਈਮ? ਜੇ ਤੁਸੀਂ ਡਿਟੇਲ 'ਚ ਦੇਖਣਾ ਹੈ ਤਾਂ ਤੁਹਾਨੂੰ ਚੈਪਟਰ ਦੇਖਣਾ ਪਏਗਾ ਪੂਰੇ ਦਾ ਪੂਰਾ। ਇੱਥੇ ਆਪਾਂ ਕੁਐਸਚਨ ਆਨਸਰ ਡਿਸਕਸ ਕਰ ਰਹੇ ਹਾਂ, ਇਸ ਲਈ ਮੈਂ ਪੂਰਾ ਡਿਟੇਲ ਦੇ ਵਿੱਚ ਨਹੀਂ ਦੱਸ ਰਹੀ। ਜੇ ਤੁਸੀਂ ਦੇਖਣਾ ਚਾਹੁੰਦੇ ਤਾਂ ਵੀਡੀਓ ਪਈ ਹੋਣੀ ਹੈ 6th ਕਲਾਸ ਦੀ NCERT ਪਲੱਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ। ਠੀਕ ਹੈ, ਇਹੀ ਚੈਪਟਰ ਦੇ ਨਾਮ ਦੇ ਨਾਲ ਤੁਸੀਂ ਉਹ ਵੀਡੀਓ ਦੇਖੋਗੇ, ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਕਿਵੇਂ ਮਦਦ ਕਰਦੇ ਆ ਸਾਨੂੰ ਟਾਈਮ ਪਤਾ ਲਗਾਉਣ ਦੇ ਵਿੱਚ ਤੇ ਕਿਸ ਤਰ੍ਹਾਂ ਇਨਕਰੀਜ਼ ਹੁੰਦਾ ਹੈ ਟਾਈਮ। ਠੀਕ ਹੈ, ਉਹਦੇ ਵਿੱਚ ਮੈਂ ਡਿਟੇਲ ਦੇ ਵਿੱਚ ਦੱਸਿਆ ਹੋਇਆ। ਨੈਕਸਟ ਆਪਾਂ ਦੇਖ ਲੈਂਦੇ ਹਾਂ ਕੀ ਸੀ? ਨਕਸ਼ੇ ਸਥਾਨ ਦੀ ਸਥਿਤੀ ਦਾ ਪਤਾ ਕਰਨ ਲਈ ਬਣਾਏ ਜਾਂਦੇ ਨੇ। ਪੁਆਇੰਟ ਕਲੀਅਰ ਹੋ ਗਿਆ। ਸੈਕਿੰਡ ਪੁਆਇੰਟ ਹੈ ਨਕਸ਼ੇ ਇੱਕ ਸਥਾਨ ਦੀ ਦੂਸਰੇ ਸਥਾਨ ਤੋਂ ਦੂਰੀ ਅਤੇ ਸਮਾਂ ਪਤਾ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ। ਠੀਕ ਹੈ, ਦੂਰੀ। ਹੁਣ ਨਕਸ਼ਿਆਂ ਤੋਂ ਕੀ ਪਤਾ ਲੱਗਦਾ ਵੀ ਕੋਈ ਜਗ੍ਹਾ ਕਿਸੇ ਸਥਾਨ ਤੋਂ ਕਿੰਨੀ ਦੂਰੀ 'ਤੇ ਆ। ਠੀਕ ਹੈ, ਮੰਨ ਲਓ ਜੇ ਮੈਂ ਜਾਣਾ ਆ ਇੱਥੋਂ ਦੀ ਅਫਰੀਕਾ ਤੋਂ ਮੈਂ ਜਾਣਾ ਹੈ ਇੰਡੀਆ। ਠੀਕ ਹੈ, ਇਹ ਕਿੰਨੀ ਦੂਰੀ 'ਤੇ ਹੈਗਾ ਆ? ਇਹ ਕਿਵੇਂ ਪਤਾ ਲੱਗੂਗਾ? ਇਹ ਵੀ ਸਾਨੂੰ ਨਕਸ਼ਿਆਂ ਤੋਂ ਪਤਾ ਲੱਗ ਜਾਂਦਾ ਆ। ਠੀਕ ਹੈ, ਕਿਵੇਂ ਪਤਾ ਲੱਗ ਜਾਂਦਾ ਹੈ? ਨਕਸ਼ਿਆਂ ਤੋਂ, ਕਿਉਂਕਿ ਉਹਦੇ ਵਿੱਚ ਦਿੱਤਾ ਹੁੰਦਾ ਵੀ 1 ਕਿਲੋਮੀਟਰ ਦਾ, ਇਹਦੇ ਵਿੱਚ ਜੇ ਲਿਖਿਆ ਹੋਇਆ 1 ਕਿਲੋਮੀਟਰ ਤਾਂ ਇਸ ਦਾ ਮਤਲਬ ਕਿੰਨਾ ਆ? 10,000 ਕਿਲੋਮੀਟਰ। ਮਤਲਬ ਜੇ ਨਕਸ਼ੇ ਦੇ ਵਿੱਚ 1 ਕਿਲੋਮੀਟਰ ਦਿਖਾਇਆ ਗਿਆ, ਇਸ ਦਾ ਰੀਅਲ ਦੇ ਵਿੱਚ ਕਿੰਨਾ ਹੋਏਗਾ? 10,000 ਕਿਲੋਮੀਟਰ, ਕਿਉਂਕਿ ਨਕਸ਼ੇ ਵਿੱਚ ਅਸੀਂ ਪੂਰਾ ਰੀਅਲ ਡਿਸਟੈਂਸ ਤਾਂ ਦਿਖਾ ਨਹੀਂ ਸਕਦੇ, ਨਕਸ਼ਾ ਛੋਟਾ ਜਿਹਾ ਹੁੰਦਾ ਪਰ ਅਰਥ ਤਾਂ ਵੱਡੀ ਹੈ ਨਾ, ਇਸ ਲਈ ਅਸੀਂ ਉਹਦੇ ਵਿੱਚ ਵਧਾ ਕੇ ਦੱਸ ਦਿੰਦੇ ਹਾਂ। ਠੀਕ ਹੈ, ਮੰਨ ਲਓ ਮੈਂ ਕਿਹਾ ਵੀ ਮੇਰੇ ਕੋਲ 1 ਚੋਕਲੇਟ ਹੈ, 1 ਚੋਕਲੇਟ ਆ ਮਤਲਬ ਤੁਸੀਂ ਮੰਨ ਲਓ ਮੇਰੇ ਕੋਲ 10 ਚੋਕਲੇਟ। ਜੇ ਮੈਂ ਕਹਿੰਦੀ ਹਾਂ ਮੇਰੇ ਕੋਲ 1 ਚੋਕਲੇਟ ਹੈ, ਤੁਸੀਂ ਮੰਨੋ 10 ਚੋਕਲੇਟ ਆ। ਠੀਕ ਹੈ, ਹੁਣ ਦੱਸੋ ਜੇ ਮੇਰੇ ਕੋਲ 3 ਚੋਕਲੇਟ ਆ ਤਾਂ ਰੀਅਲ ਦੇ ਵਿੱਚ ਕਿੰਨੇ ਹੋਏ? ਤੁਸੀਂ ਦੱਸੋਗੇ ਨਾ 30 ਚੋਕਲੇਟ। ਇਸੇ ਤਰ੍ਹਾਂ ਇੱਥੇ ਵੀ ਮੰਨ ਲਓ ਕਿ ਜੇ ਉਹਨਾਂ ਨੇ ਕਿਹਾ ਵੀ 1 ਕਿਲੋਮੀਟਰ ਆ ਤਾਂ ਤੁਸੀਂ ਮੰਨ ਲਓ ਤੇ ਦਿੱਤਾ ਹੋਇਆ 1 ਕਿਲੋਮੀਟਰ ਦਾ ਮਤਲਬ 10,000 ਕਿਲੋਮੀਟਰ। ਤਾਂ ਉਹਨਾਂ ਨੇ ਕਿਹਾ ਵੀ ਜਿਹੜਾ ਅਫਰੀਕਾ ਆ ਉਹ ਇੰਡੀਆ ਤੋਂ ਕਿੰਨੇ ਕਿਲੋਮੀਟਰ ਦੂਰ ਆ? 5 ਕਿਲੋਮੀਟਰ ਦੂਰ ਆ। ਤਾਂ ਤੁਸੀਂ ਮੰਨ ਲਓ ਕਿੰਨੀ ਕਿਲੋਮੀਟਰ ਦੂਰ ਆ? 50,000 ਕਿਲੋਮੀਟਰ ਦੂਰ ਆ। ਠੀਕ ਹੈ, ਇਸ ਤਰ੍ਹਾਂ ਆਪਾਂ ਕੀ ਪਤਾ ਕਰ ਲੈਂਦੇ ਹਾਂ? ਟਾਈਮ ਵੀ ਪਤਾ ਕਰ ਲੈਂਦੇ ਹਾਂ। ਇਹ ਉੱਥੇ ਦਿੱਤਾ ਹੁੰਦਾ ਵੀ ਇੰਡੀਆ ਅਫਰੀਕਾ ਤੋਂ ਕਿੰਨੀ ਦੂਰ ਹੋਏਗਾ। ਠੀਕ ਹੈ, ਉਸ ਤੋਂ ਬਾਅਦ ਕੀ ਹੈ? ਨਕਸ਼ਿਆਂ ਦੀ ਸਹਾਇਤਾ ਨਾਲ ਅਸੀਂ ਸੜਕਾਂ, ਨਦੀਆਂ, ਦਰਿਆ ਅਤੇ ਰੇਲ ਦੇ ਰਸਤੇ ਆਦਿ ਪਤਾ ਕਰ ਸਕਦੇ ਹਾਂ। ਇਹ ਹੈਲਪ ਕੀ ਕਰਦੇ ਆ? ਸਾਨੂੰ ਸੜਕਾਂ ਦਾ ਪਤਾ ਲੱਗਣ ਵਿੱਚ ਮਦਦ ਕਰਦੇ ਆ। ਕੋਈ ਸੜਕ ਕਿੱਥੇ ਆ, ਕੋਈ ਪੁਲ ਕਿੱਥੇ ਆ, ਇਹ ਸਭ ਕੁਝ ਪਤਾ ਕਰਨ ਵਿੱਚ ਸਾਡੀ ਮਦਦ ਕਰਦੇ ਆ। ਬਟ ਇਹ ਵਰਲਡ ਮੈਪ ਦੇ ਵਿੱਚ ਨਹੀਂ ਦਿੱਤਾ ਹੋਇਆ। ਠੀਕ ਹੈ, ਇਹ ਜੇ ਆਪਾਂ ਕਿਸੇ ਏਰੀਏ ਦਾ ਮੈਪ ਲੈਂਦੇ ਆ, ਠੀਕ ਹੈ, ਜਿਵੇਂ ਤੁਸੀਂ ਕਿਸੇ ਏਰੀਏ ਵਿੱਚ ਰਹਿੰਦੇ ਹੋ, ਤੁਸੀਂ ਉਸ ਏਰੀਏ ਦਾ ਮੈਪ ਲਓਗੇ ਤਾਂ ਉਸ ਦੇ ਵਿੱਚ ਤੁਹਾਨੂੰ ਪੁਲ ਦਿਖਾਈ ਦੇਗਾ, ਸੜਕ ਦਿਖਾਈ ਦੇਗੀ, ਪਾਰਕ ਦਿਖਾਈ ਦੇਗਾ, ਸਭ ਕੁਝ ਦਿਖਾਈ ਦੇਗਾ। ਠੀਕ ਹੈ, ਜੇ ਆਪਾਂ ਕਿਸੇ ਛੋਟੇ ਏਰੀਏ ਦਾ ਲੈਂਦੇ ਆ ਫਿਰ। ਠੀਕ ਹੈ, ਨੈਕਸਟ 5th ਕੁਐਸਚਨ ਆ ਵੀ ਵੱਖ-ਵੱਖ ਨਕਸ਼ਿਆਂ ਦੀ ਸੂਚੀ ਬਣਾਓ। ਨਕਸ਼ੇ ਕਿੰਨੀ ਤਰ੍ਹਾਂ ਦੇ ਹੁੰਦੇ ਆ? ਕਿੰਨੀਆਂ ਟਾਈਪਸ ਨੇ? ਸਭ ਤੋਂ ਪਹਿਲਾਂ ਕੀ ਆ? ਭੌਤਿਕ ਨਕਸ਼ੇ। ਭੌਤਿਕ ਨਕਸ਼ੇ ਕਿਹੜੇ ਹੁੰਦੇ ਆ? ਜਿਹਦੇ ਵਿੱਚ ਆਪਾਂ ਕੀ ਦਿਖਾ ਦਿੰਦੇ ਆ? ਪਹਾੜ, ਪਠਾਰ, ਪਾਣੀ। ਠੀਕ ਹੈ, ਪਹਾੜ, ਪਠਾਰ, ਪਾਣੀ, ਮੈਦਾਨ, ਕੋਈ ਵੀ ਨੇਚੁਰਲ ਚੀਜ਼ ਜਿਹੜੀ ਹੈਗੀ ਆ ਉਹ ਆਪਾਂ ਜਿਹਦੇ ਵਿੱਚ ਦਿਖਾਉਂਦੇ ਆ ਉਹ ਕੀ ਹੁੰਦਾ ਆ? ਭੌਤਿਕ ਨਕਸ਼ੇ। ਜਿਹਦੇ ਵਿੱਚ ਆਪਾਂ ਜੰਗਲ ਵਗੈਰਾ ਦਿਖਾਤਾ ਹੈ ਨਾ, ਇਹ ਸਭ ਕੀ ਆ? ਭੌਤਿਕ ਨਕਸ਼ੇ ਹੁੰਦੇ ਆ।
ਦੂਸਰਾ ਹੈਗਾ ਇਤਿਹਾਸਿਕ ਨਕਸ਼ੇ। ਇਤਿਹਾਸਿਕ ਨਕਸ਼ੇ ਕਿਹੜੇ ਹੁੰਦੇ ਆ, ਜਿਹਦੇ ਤੋਂ ਸਾਨੂੰ ਇਤਿਹਾਸ ਦੀ ਜਾਣਕਾਰੀ ਮਿਲਦੀ ਆ ਵੀ 2000 ਸਾਲ ਪਹਿਲਾਂ ਕਿਸ ਤਰ੍ਹਾਂ ਦਾ ਨਕਸ਼ਾ 2000 ਸਾਲ ਪਹਿਲਾਂ ਕਿਸ ਦਾ ਰਾਜ ਹੋਇਆ ਕਰਦਾ ਸੀ, ਠੀਕ ਹੈ, ਉਹਨਾਂ ਦੀ ਰਾਜਧਾਨੀ ਕਿਹੜੀ ਸੀ। ਇਹਨਾਂ ਚੀਜ਼ਾਂ ਬਾਰੇ ਸਾਨੂੰ ਜਿੱਥੋਂ ਪਤਾ ਲੱਗਦਾ ਉਹ ਹੁੰਦੇ ਆਪਣੇ ਇਤਿਹਾਸਿਕ ਨਕਸ਼ੇ, ਠੀਕ ਹੈ। ਵੰਡ ਸੰਬੰਧੀ ਨਕਸ਼ੇ। ਵੰਡ ਸੰਬੰਧੀ ਨਕਸ਼ੇ ਕਿਹੜੇ ਹੁੰਦੇ ਆ, ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਵਾ ਕਿ ਇੰਡੀਆ ਦਾ ਖੇਤਰ ਕਿੰਨਾ ਆ, ਅਮਰੀਕਾ ਦਾ ਏਰੀਆ ਕਿੰਨਾ ਆ, ਇੰਡੀਆ ਤੇ ਚਾਈਨਾ ਦੇ ਵਿੱਚ ਕਿਹੜਾ ਬਾਰਡਰ ਆ ਰਿਹਾ, ਬਾਰਡਰ ਕਿੱਥੇ ਹੈ, ਠੀਕ ਹੈ। ਇਹਨਾਂ ਚੀਜ਼ਾਂ ਬਾਰੇ ਜੇ ਸਾਨੂੰ ਪਤਾ ਲੱਗਦਾ ਉਹ ਹੁੰਦਾ ਹੈ ਵੰਡ ਸੰਬੰਧੀ ਨਕਸ਼ੇ। ਆਪਾਂ ਹੁਣ ਨਕਸ਼ੇ ਦੇਖਾਂਗੇ ਫਿਰ ਕਲੀਅਰ ਹੋਏਗਾ ਜ਼ਿਆਦਾ ਅੱਛੀ ਤਰ੍ਹਾਂ ਨਾਲ, ਠੀਕ ਹੈ। ਉਸ ਤੋਂ ਬਾਅਦ ਸਥਲ ਆਕ੍ਰਿਤੀ ਨਕਸ਼ੇ। ਸਥਲ ਆਕ੍ਰਿਤੀ ਵੀ ਉਹੀ ਹੁੰਦੇ ਆ ਜਿਹਦੇ ਵਿੱਚ ਆਪਾਂ ਪਹਾੜ ਦਿਖਾਤਾ, ਸਮਤਲ ਜ਼ਮੀਨ ਦਿਖਾ ਦਿੱਤਾ, ਠੀਕ ਹੈ, ਪਠਾਰ ਦਿਖਾ ਦਿੱਤਾ। ਪਠਾਰ ਪਤਾ ਨਾ, ਜਿਹੜਾ ਜ਼ਮੀਨ ਤੋਂ ਉੱਚਾ ਹੁੰਦਾ ਤੇ ਉੱਪਰੋਂ ਕੀ ਹੁੰਦਾ, ਬਰਾਬਰ ਹੁੰਦਾ, ਉਹਨੂੰ ਆਪਾਂ ਕਹਿੰਦੇ ਆ ਪਠਾਰ, ਪਲੇਟਿਊ, ਠੀਕ ਹੈ। ਤੇ ਪਹਾੜ ਤਾਂ ਤੁਹਾਨੂੰ ਪਤਾ ਹੀ ਉੱਪਰੋਂ ਕੀ ਹੁੰਦਾ, ਤਿੱਖਾ ਹੁੰਦਾ। ਮੈਦਾਨ ਕੀ ਹੁੰਦਾ, ਜ਼ਮੀਨ ਜਿਹੜੀ ਪੱਧਰੀ ਜ਼ਮੀਨ ਹੁੰਦੀ ਹੈ ਨਾ ਬਰਾਬਰ, ਉਹਨੂੰ ਆਪਾਂ ਕਹਿ ਦਿੰਦੇ ਆ ਮੈਦਾਨ, ਠੀਕ ਹੈ। ਇਹਨਾਂ ਚੀਜ਼ਾਂ ਬਾਰੇ ਜਿਸ ਨਕਸ਼ੇ ਤੋਂ ਪਤਾ ਲੱਗਦਾ ਉਹਨੂੰ ਆਪਾਂ ਕਹਿੰਦੇ ਆ ਸਥਲ ਆਕ੍ਰਿਤੀ ਨਕਸ਼ੇ। ਉਸ ਤੋਂ ਬਾਅਦ ਹੁੰਦਾ ਏਟਲਸ ਨਕਸ਼ੇ। ਏਟਲਸ ਨਕਸ਼ੇ ਕਿਹੜੇ ਹੁੰਦੇ ਆ, ਏਟਲਸ ਨਕਸ਼ੇ, ਏਟਲਸ ਜਿਹੜੀ ਹੁੰਦੀ ਹੈ ਇੱਕ ਬੁੱਕ ਹੁੰਦੀ ਆ, ਠੀਕ ਹੈ, ਉਹਦੇ ਵਿੱਚ ਹਰੇਕ ਚੀਜ਼ ਦਿਖਾਇਆ ਹੋਣਾ। ਪਹਿਲਾਂ ਪੂਰੀ ਦੁਨੀਆ ਦਾ ਨਕਸ਼ਾ ਹੁੰਦਾ ਏਟਲਸ ਦੇ ਵਿੱਚ, ਠੀਕ ਹੈ, ਇਹ ਵੀ ਮੰਨ ਸਕਦੇ ਹੋ। ਇੰਡੀਆ ਦਾ ਅਲੱਗ ਦਿੱਤਾ ਹੋਣਾ, ਅਫਰੀਕਾ ਦਾ ਅਲੱਗ ਦਿੱਤਾ ਹੋਣਾ, ਚਾਈਨਾ ਦਾ ਅਲੱਗ ਦਿੱਤਾ ਹੋਣਾ, ਨੇਪਾਲ ਦਾ ਅਲੱਗ ਦਿੱਤਾ ਹੋਣਾ। ਇਸ ਤਰ੍ਹਾਂ ਫਿਜ਼ੀਕਲ ਮੈਪ ਦਾ ਵੀ ਹੁੰਦਾ ਹੈ ਏਟਲਸ ਤੇ ਪੋਲੀਟੀਕਲ ਮੈਪ ਦਾ ਵੀ ਹੁੰਦਾ ਹੈ, ਠੀਕ ਹੈ। ਮਤਲਬ ਇਹ ਬੁੱਕ ਹੁੰਦੀ ਹੈ ਇੱਕ ਟਾਈਪ ਨਾਲ ਨਕਸ਼ਿਆਂ ਦੀ, ਠੀਕ ਹੈ। ਹਰੇਕ ਚੀਜ਼ ਉਹਦੇ ਵਿੱਚ ਡਿਟੇਲ ਦੇ ਵਿੱਚ ਦਿੱਤਾ ਹੁੰਦਾ, ਜਿਹਨੂੰ ਆਪਾਂ ਕਹਿੰਦੇ ਆ ਏਟਲਸ ਨਕਸ਼ੇ। ਉਸ ਤੋਂ ਬਾਅਦ ਹੈਗਾ ਦੀਵਾਰ ਨਕਸ਼ੇ। ਅਜਿਹੇ ਨਕਸ਼ੇ ਜਿਹੜੇ ਆਪਾਂ ਦੀਵਾਰ ਤੇ ਟੰਗ ਸਕਦੇ ਹਾਂ, ਜਦ ਜੀ ਕਰੇ ਆਪਾਂ ਦੇਖ ਸਕਦੇ ਹਾਂ ਵੀ ਕਿਹੜੀ ਜਗ੍ਹਾ ਕਿੱਥੇ ਦੀਵਾਰ ਤੇ ਦੇਖ ਕੇ, ਠੀਕ ਹੈ। ਉਹਨੂੰ ਆਪਾਂ ਕੀ ਕਹਿੰਦੇ ਆ, ਉਹਨੂੰ ਆਪਾਂ ਕਹਿੰਦੇ ਆ ਦੀਵਾਰ ਨਕਸ਼ੇ। ਚਲੋ ਆਪਾਂ ਇੱਕ ਵਾਰ ਇੱਧਰ ਦੇਖ ਲੈਂਦੇ ਆ। ਦੇਖੋ, ਹੁਣ ਦੇਖੋ ਇਹਦੇ ਵਿੱਚ ਕੀ ਆ ਤੁਹਾਨੂੰ ਜਿਹੜਾ ਬਰਾਊਨ ਕਲਰ 'ਚ ਦਿਖਾਇਆ ਗਿਆ ਇਹ ਉਹ ਖੇਤਰ ਨੇ ਜਿੱਥੇ ਪਹਾੜ ਹੁੰਦੇ ਆ, ਠੀਕ ਹੈ। ਜਿਹੜਾ ਬਰਾਊਨ ਕਲਰ ਦੇ ਵਿੱਚ ਇਸ ਤਰ੍ਹਾਂ ਦੀ ਲਾਈਨ ਦਿਖਾਈ ਦੇ ਰਹੀ ਹੈ ਨਾ, ਇਹ ਕਿਹਨੂੰ ਰੀਪ੍ਰਜੈਂਟ ਕਰ ਰਿਹਾ, ਇਹਦਾ ਮਤਲਬ ਹੈਗਾ ਆ ਕਿ ਇੱਥੇ ਕੀ ਨੇ, ਮਾਊਂਟੇਨ ਰੇਂਜਿਸ ਨੇ, ਠੀਕ ਹੈ, ਉਹਨੂੰ ਦਿਖਾ ਰਿਹਾ। ਇਸੇ ਤਰ੍ਹਾਂ ਜਿਹੜਾ ਤੁਹਾਨੂੰ ਯੈਲੋ ਕਲਰ ਦਾ ਦਿਖਾਈ ਦੇ ਰਿਹਾ ਇਹ ਕੀ ਹੈ, ਇਹ ਪਠਾਰ ਨੇ, ਪਲੇਟਿਊਜ਼ ਨੇ, ਠੀਕ ਹੈ। ਇਸੇ ਤਰ੍ਹਾਂ ਜਿਹੜਾ ਤੁਹਾਨੂੰ ਗ੍ਰੀਨ ਕਲਰ ਦਾ ਦਿਖਾਈ ਦੇ ਰਿਹਾ ਇਹ ਕੀ ਹੈ, ਇਹ ਪੱਧਰੇ ਖੇਤਰ ਨੇ, ਠੀਕ ਹੈ, ਮਤਲਬ ਸਮਤਲ ਜ਼ਮੀਨ ਆ ਜਿੱਥੇ ਖੇਤੀਬਾੜੀ ਜ਼ਿਆਦਾ ਹੁੰਦੀ ਹੈ, ਠੀਕ ਹੈ, ਉਹ ਖੇਤਰ ਨੇ। ਮਤਲਬ ਇੱਥੇ ਕੀ ਆਪਾਂ ਫਿਜ਼ੀਕਲ ਫੀਚਰਸ ਦਿਖਾਏ ਆ, ਠੀਕ ਹੈ, ਇਸ ਲਈ ਇਹਨੂੰ ਆਪਾਂ ਕੀ ਕਹਿੰਦੇ, ਭੌਤਿਕ ਨਕਸ਼ੇ ਕਹਿੰਦੇ ਆ ਜਾਂ ਫਿਜ਼ੀਕਲ ਮੈਪ ਕਹਿੰਦੇ ਆ। ਦੂਜੇ ਪਾਸੇ ਦੇਖੋ ਇੱਥੇ ਸਾਨੂੰ ਦਿਖਾਈ ਦੇ ਰਿਹਾ ਵੀ ਲੱਦਾਖ ਦਾ ਖੇਤਰ ਕਿੱਥੇ ਆ, ਲੱਦਾਖ ਦਾ ਖੇਤਰ ਕਿੰਨਾ ਆ। ਉਸ ਤੋਂ ਬਾਅਦ ਜੰਮੂ ਕਸ਼ਮੀਰ ਦਾ ਖੇਤਰ ਕਿੰਨਾ ਆ, ਹਿਮਾਚਲ ਪ੍ਰਦੇਸ਼ ਕਿੰਨਾ ਆ, ਉੱਤਰ ਪ੍ਰਦੇਸ਼ ਕਿੱਥੇ ਆ, ਰਾਜਸਥਾਨ ਕਿੱਥੇ ਆ, ਉਹਨਾਂ ਦਾ ਬਾਰਡਰ ਕਿੱਥੋਂ ਸ਼ੁਰੂ ਹੋ ਰਿਹਾ, ਕਿੱਥੇ ਖਤਮ ਹੋ ਰਿਹਾ, ਕਿਹੜੇ ਰਾਜਾਂ ਦੇ ਨਾਲ ਉਹਨਾਂ ਦਾ ਬਾਰਡਰ ਲੱਗਦਾ ਪਿਆ, ਠੀਕ ਹੈ। ਇੰਡੀਆ ਦਾ ਜਿਹੜਾ ਬਾਰਡਰ ਆ ਉਹ ਕਿਹੜੇ ਦੇਸ਼ਾਂ ਨਾਲ ਲੱਗ ਰਿਹਾ, ਠੀਕ ਹੈ। ਨੇਪਾਲ ਕਿੱਥੇ ਆ, ਨੇਪਾਲ ਤੇ ਇੰਡੀਆ ਦੇ ਵਿੱਚ ਕਿਹੜੀ ਬਾਉਂਡਰੀ ਆ ਰਹੀ ਆ, ਕਿੱਥੇ ਆ ਰਹੀ ਆ, ਇੰਡੀਆ ਤੇ ਪਾਕਿਸਤਾਨ ਦੀ ਬਾਉਂਡਰੀ ਕਿੱਥੇ ਆ, ਠੀਕ ਹੈ। ਇਹਨਾਂ ਚੀਜ਼ਾਂ ਬਾਰੇ ਜਦ ਸਾਨੂੰ ਪਤਾ ਲੱਗਦਾ ਹੈ, ਬਾਰਡਰਸ ਬਾਰੇ ਪਤਾ ਲੱਗਦੇ ਆ, ਠੀਕ ਹੈ, ਏਰੀਆ ਦੇ ਬਾਰੇ ਪਤਾ ਲੱਗਦਾ, ਉਹਨੂੰ ਆਪਾਂ ਕਹਿੰਦੇ ਆ ਇਹਨੂੰ ਕਹਿੰਦੇ ਆਪਾਂ ਪੋਲੀਟੀਕਲ ਮੈਪ, ਠੀਕ ਹੈ, ਜਿਹਨੂੰ ਆਪਾਂ ਵੰਡ ਸੰਬੰਧੀ ਨਕਸ਼ੇ ਵੀ ਕਹਿ ਦਿੰਦੇ ਆ। ਉਸ ਤੋਂ ਬਾਅਦ ਦੇਖੋ ਇਹਦੇ ਵਿੱਚ ਤੁਹਾਨੂੰ ਇਹਦੇ ਵਿੱਚ ਕੀ ਪਤਾ ਲੱਗ ਰਿਹਾ, ਇਹ ਸਾਨੂੰ ਇਤਿਹਾਸ ਦੇ ਬਾਰੇ ਦੱਸਦੇ ਪਏ ਆ, ਠੀਕ ਹੈ। ਜਿਹੜੇ ਮਹਾਜਨਪਦ ਹੋਏ ਸੀ, ਇੱਥੇ ਗਾਂਧਾਰ ਹੋ ਗਿਆ, ਇੱਥੇ ਬੇ ਆਫ ਬੰਗਾਲ ਦਿੱਤਾ ਹੋਇਆ, ਲਕਸ਼ਦੀਪ ਹੈ, ਇਹ ਕੀ ਆ, ਅਰੇਬੀਅਨ ਸੀ ਹੋ ਗਿਆ, ਠੀਕ ਹੈ, ਅਵੰਤੀ ਹੋ ਗਿਆ। ਇਹ ਸਾਨੂੰ ਇਤਿਹਾਸ ਦੇ ਬਾਰੇ ਦੱਸ ਰਿਹਾ ਕਿ 2500 ਸਾਲ ਪਹਿਲਾਂ ਕਿਸ ਤਰ੍ਹਾਂ ਦਾ ਭਾਰਤ ਹੋਇਆ ਕਰਦਾ ਸੀ, ਠੀਕ ਹੈ। ਸਾਰਾ ਕੁਝ ਕੀ ਆ, ਭਾਰਤ ਆ 2500 ਸਾਲ ਪਹਿਲਾਂ ਕਿਸ ਤਰ੍ਹਾਂ ਦਾ ਭਾਰਤ ਹੋਇਆ ਕਰਦਾ ਸੀ, ਸਾਨੂੰ ਹਿਸਟਰੀ ਬਾਰੇ ਦੱਸ ਰਿਹਾ, ਇਤਿਹਾਸ ਬਾਰੇ ਦੱਸ ਰਿਹਾ। ਇਸ ਲਈ ਕੀ ਹੋਏ, ਇਤਿਹਾਸਿਕ ਨਕਸ਼ੇ ਹੋ ਗਏ, ਠੀਕ ਹੈ। ਇਹ ਕੀ ਆ, ਇਹਨੂੰ ਆਪਾਂ ਦੀਵਾਰ ਨਕਸ਼ੇ, ਮਤਲਬ ਇੱਥੇ ਕੁਝ ਟੰਗਣ ਵਾਲਾ ਬਣਿਆ ਹੋਇਆ ਆਪਾਂ ਟੰਗ ਦਿੱਤਾ ਇਹਨੂੰ, ਤਾਂ ਇਹਨੂੰ ਆਪਾਂ ਕੀ ਕਹਿ ਦਾਂਗੇ, ਦੀਵਾਰ ਨਕਸ਼ੇ ਕਹਿ ਸਕਦੇ ਹਾਂ, ਠੀਕ ਹੈ। ਜਿਹਦੇ ਵਿੱਚ ਕੰਟੀਨੈਂਟਸ ਦਿੱਤੇ ਹੋਏ, ਜੇ ਇੱਥੇ ਕੀ ਹੋ ਗਿਆ, ਅੰਟਾਰਕਟਿਕਾ, ਆਸਟ੍ਰੇਲੀਆ, ਏਸ਼ੀਆ, ਯੂਰਪ, ਇੱਥੇ ਹੋ ਗਿਆ ਆਪਣਾ ਅਫਰੀਕਾ, ਸਾਊਥ ਅਮਰੀਕਾ, ਨਾਰਥ ਅਮਰੀਕਾ, ਠੀਕ ਹੈ। ਇਹ ਸਭ ਕੁਝ ਕੀ ਆ ਇਹਦੇ ਵਿੱਚ ਨਕਸ਼ੇ ਤੇ ਦਿੱਤਾ ਹੋਇਆ, ਜਿਹਨੂੰ ਆਪਾਂ ਜੇ ਟੰਗ ਸਕਦੇ ਹਾਂ ਤਾਂ ਇਹਨੂੰ ਆਪਾਂ ਕੀ ਕਹਿ ਦਾਂਗੇ, ਵੋਲ ਮੈਪ ਜਾਂ ਟੰਗਣ ਦੀਵਾਰ ਨਕਸ਼ੇ, ਠੀਕ ਹੈ। ਚਲੋ ਨੈਕਸਟ ਕੁਐਸਚਨ ਕੀ ਸੀ ਆਪਣਾ, ਹੋ ਗਿਆ ਨਕਸ਼ਿਆਂ ਦੀਆਂ ਕਿਸਮਾਂ। ਅਗਲਾ ਕੁਐਸਚਨ ਹੈਗਾ ਹੈ ਆਪਣਾ, ਨਕਸ਼ਿਆਂ ਦੇ ਕਿਹੜੇ ਥੰਮ ਹਨ ਅਤੇ ਕਿਉਂ। ਨਕਸ਼ੇ ਦੇ ਥੰਮ ਕਿਹੜੇ ਆ, ਮੇਨ ਕੀ ਚੀਜ਼ਾਂ ਨੇ ਜੋ ਨਕਸ਼ੇ ਨੂੰ ਪੜ੍ਹਨ ਵਿੱਚ ਸਾਡੀ ਸਹਾਇਤਾ ਕਰਦੇ ਨੇ, ਠੀਕ ਹੈ। ਦੂਰੀ, ਦਿਸ਼ਾ ਅਤੇ ਪ੍ਰਮਾਣਿਕ ਚਿੰਨ੍ਹ। ਨਕਸ਼ਿਆਂ ਦੇ 3 ਥੰਮ, ਕਿਹੜੇ ਥੰਮ ਨੇ, ਇੱਕ ਤਾਂ ਹੋ ਗਈ ਡਿਸਟੈਂਸ, ਦੂਸਰੀ ਹੋ ਗਈ ਡਾਇਰੈਕਸ਼ਨ ਤੇ ਤੀਸਰਾ ਕੀ ਹੋ ਗਿਆ, ਸਿੰਬਲਸ, ਠੀਕ ਹੈ, ਪ੍ਰਮਾਣਿਕ ਚਿੰਨ੍ਹ। ਇਹ ਕਿੰਨੇ 3 ਥੰਮ ਨੇ, ਇਹਨਾਂ ਤੋਂ ਬਿਨਾਂ ਆਪਾਂ ਨਕਸ਼ਿਆਂ ਨੂੰ ਨਹੀਂ ਪੜ੍ਹ ਸਕਦੇ, ਠੀਕ ਹੈ। ਇਹਨਾਂ 3 ਤੱਤਾਂ ਤੋਂ ਬਿਨਾਂ
ਨਕਸ਼ੇ ਨੂੰ ਪੜ੍ਹਨਾ ਅਤੇ ਸਮਝਣਾ ਔਖਾ ਹੁੰਦਾ ਹੈ। ਠੀਕ ਹੈ, ਹੁਣ ਦੂਰੀ ਦਾ ਕਿਵੇਂ ਪਤਾ ਲੱਗਦਾ ਵੀ ਕੋਈ ਜਗ੍ਹਾ ਕਿਸੇ ਜਗ੍ਹਾ ਤੋਂ ਕਿੰਨੀ ਦੂਰ ਆ। ਹੁਣ ਮੈਂ ਇੱਥੇ ਦਿੱਤਾ ਹੋਇਆ ਜਿਵੇਂ ਤੁਹਾਨੂੰ ਰਾਜਸਥਾਨ, ਠੀਕ ਹੈ, ਰਾਜਸਥਾਨ ਉੱਤਰ ਪ੍ਰਦੇਸ਼ ਤੋਂ ਕਿੰਨੀ ਦੂਰ ਆ, ਸਾਨੂੰ ਕਿਵੇਂ ਪਤਾ ਲੱਗੇਗਾ। ਤੁਸੀਂ ਨਾ ਇੱਕ ਜੇ ਉਹਦੇ ਤੁਹਾਡੇ ਕੋਲ ਸਕੇਲ ਹੁੰਦਾ ਹੈ, ਠੀਕ ਹੈ, ਸਕੇਲ ਦੇ ਨਾਲ ਤੁਸੀਂ ਰਾਜਸਥਾਨ ਤੇ ਇੱਥੇ ਉੱਤਰ ਪ੍ਰਦੇਸ਼ ਦੇ ਵਿੱਚ ਕਿੰਨੀ ਦੂਰੀ ਹੈ ਉਹਨੂੰ ਸਕੇਲ ਤੇ ਮਾਪੋ, ਦੇਖੋ ਕਿੰਨੇ ਸੈਂਟੀਮੀਟਰ ਦਾ ਡਿਫਰੈਂਸ ਆ ਰਿਹਾ। ਠੀਕ ਹੈ, ਉਸ ਸੈਂਟੀਮੀਟਰ ਨੂੰ ਇੱਥੇ ਤੁਹਾਨੂੰ ਇੱਕ ਪੈਮਾਨਾ ਦਿੱਤਾ ਹੋਣਾ ਵੀ 1 ਕਿਲੋਮੀਟਰ ਦਾ ਮਤਲਬ ਹੈਗਾ ਆ 10,000 ਕਿਲੋਮੀਟਰ। ਠੀਕ ਹੈ, ਮੰਨ ਲਓ ਇੱਥੇ ਜਦ ਤੁਸੀਂ ਇਹਨੂੰ ਮਾਪਿਆ ਸਕੇਲ ਦੇ ਨਾਲ ਇੱਥੇ ਕਿੰਨਾ ਆ ਗਿਆ, ਇੱਥੇ ਆ ਗਿਆ ਕਿੰਨਾ ਆ ਗਿਆ, ਮੰਨ ਲਓ 25 ਕਿਲੋਮੀਟਰ ਆ ਗਿਆ। ਠੀਕ ਹੈ, 25 ਕਿਲੋਮੀਟਰ 25 ਸੈਂਟੀਮੀਟਰ। ਠੀਕ ਹੈ, ਫਿਰ ਤੁਸੀਂ ਕੀ ਕਰੋਗੇ, 25 ਨੂੰ ਕਿਹਦੇ ਨਾਲ ਗੁਣਾ ਕਰ ਦੋਗੇ, 1000 ਨਾਲ, ਮਤਲਬ 25,000 ਕਿਲੋਮੀਟਰ ਦੂਰ ਹੋਏਗਾ ਰਾਜਸਥਾਨ ਤੋਂ ਉੱਤਰ ਪ੍ਰਦੇਸ਼। ਠੀਕ ਹੈ, ਇਹ ਐਗਜ਼ੈਕਟ ਦੂਰੀ ਨਹੀਂ ਹੈ, ਮੈਂ ਤੁਹਾਨੂੰ ਸਮਝਾਉਣ ਲਈ ਦੱਸਿਆ। ਠੀਕ ਹੈ, ਇਸ ਤਰ੍ਹਾਂ ਕੀ ਆ, ਇੱਕ ਤਾਂ ਨਕਸ਼ਿਆਂ ਤੋਂ ਸਾਨੂੰ ਦੂਰੀ ਦਾ ਪਤਾ ਲੱਗਦਾ ਆ। ਸੈਕਿੰਡ ਕੀ ਆ, ਦੂਰੀ ਦਾ ਪਤਾ ਲੱਗ ਗਿਆ, ਉਸ ਤੋਂ ਬਾਅਦ ਡਾਇਰੈਕਸ਼ਨ ਦਾ ਪਤਾ ਲੱਗਦਾ ਸਾਨੂੰ। ਠੀਕ ਹੈ, ਡਾਇਰੈਕਸ਼ਨ ਜਿਵੇਂ 4 ਡਾਇਰੈਕਸ਼ਨਸ ਹੁੰਦੇ ਆ, ਈਸਟ, ਵੈਸਟ, ਨਾਰਥ, ਸਾਊਥ। ਠੀਕ ਹੈ, ਪੂਰਬ, ਪੱਛਮ, ਉੱਤਰ ਤੇ ਦਕਸ਼ਣ। ਠੀਕ ਹੈ, ਨਕਸ਼ੇ ਦੇ ਹਮੇਸ਼ਾ ਇਸ ਸਾਈਡ ਤੇ ਕੀ ਹੋਏਗਾ, ਈਸਟ ਹੋਏਗਾ, ਇਸ ਸਾਈਡ ਤੇ ਹੋਏਗਾ ਵੈਸਟ, ਉੱਪਰ ਹੋਏਗਾ ਨਾਰਥ, ਨੀਚੇ ਹੋਏਗਾ ਸਾਊਥ। ਠੀਕ ਹੈ, ਡਾਇਰੈਕਸ਼ਨਸ ਦਾ ਸਾਨੂੰ ਪਤਾ ਲੱਗਦਾ ਨਕਸ਼ਿਆਂ ਤੋਂ। ਠੀਕ ਹੈ, ਹਮੇਸ਼ਾ ਇਹੀ ਸੇਮ ਹੋਏਗਾ ਤਾਂ ਹੀ ਆਪਾਂ ਪੜ੍ਹ ਸਕਾਂਗੇ। ਠੀਕ ਹੈ, ਜੇ ਆਪਣੇ ਹਰੇਕ ਇਨਸਾਨ ਆਪਣੇ ਹਿਸਾਬ ਨਾਲ ਇੱਥੇ ਕੀ ਕਰ ਦੇਵੇ, ਇੱਥੇ ਸਾਊਥ ਕਰ ਦੇ, ਇੱਥੇ ਨਾਰਥ ਕਰ ਦੇ, ਇੱਥੇ ਵੈਸਟ ਕਰ ਦੇ, ਇੱਥੇ ਈਸਟ ਕਰ ਦੇ, ਫਿਰ ਤਾਂ ਨਕਸ਼ਿਆਂ ਨੂੰ ਪੜ੍ਹਨਾ ਮੁਸ਼ਕਿਲ ਹੋ ਜਾਏਗਾ। ਇਸ ਲਈ ਹਮੇਸ਼ਾ ਕਿ ਪੂਰੀ ਦੁਨੀਆ ਦੇ ਵਿੱਚ ਇਹੀ ਸਿਸਟਮ ਚੱਲ ਰਿਹਾ ਵੀ ਇੱਧਰ ਈਸਟ, ਇੱਧਰ ਵੈਸਟ, ਉੱਪਰ ਨਾਰਥ, ਨੀਚੇ ਸਾਊਥ। ਠੀਕ ਹੈ, ਡਾਇਰੈਕਸ਼ਨਸ ਦੇ ਅਕੋਰਡਿੰਗ ਆਪਾਂ ਨਕਸ਼ਿਆਂ ਨੂੰ ਪੜ੍ਹਦੇ ਹਾਂ। ਉਸ ਤੋਂ ਬਾਅਦ ਕੀ ਸੀ, ਪ੍ਰਮਾਣਿਕ ਚਿੰਨ੍ਹ, ਕੁਝ ਅਜਿਹੇ ਸਿੰਬਲਸ ਨੇ। ਠੀਕ ਹੈ, ਕੁਝ ਕੀ ਨੇ, ਸਿੰਬਲਸ ਨੇ ਜਿਹੜੇ ਸਾਨੂੰ ਹੈਲਪ ਕਰਦੇ ਆ ਨਕਸ਼ਿਆਂ ਨੂੰ ਪੜ੍ਹਨ ਲਈ। ਹੁਣ ਸਾਨੂੰ ਹਰੇਕ ਲੈਂਗੁਏਜ ਨਹੀਂ ਆਉਂਦੀ, ਜਿਵੇਂ ਆਪਾਂ ਇੰਡੀਆ ਦੇ ਵਿੱਚ ਹੈਗੇ, ਆਪਾਂ ਕੋਈ ਇੰਡੀਅਨ ਚਲਾ ਜਾਂਦਾ ਹੈ ਚਾਈਨਾ, ਠੀਕ ਹੈ, ਉਹਨੂੰ ਚਾਈਨੀਜ਼ ਨਹੀਂ ਆ ਰਹੇ ਤੇ ਉੱਥੋਂ ਦੇ ਲੋਕਾਂ ਨੂੰ ਇੰਡੀਆ ਦਾ ਲੈਂਗੁਏਜ ਸਮਝ ਨਹੀਂ ਆ ਰਿਹਾ, ਹਿੰਦੀ ਸਮਝ ਨਹੀਂ ਆ ਰਹੀ ਉਹਨਾਂ ਨੂੰ। ਹੁਣ ਜੇ ਉਸ ਵਿਅਕਤੀ ਜਿਹੜਾ ਇੰਡੀਆ ਤੋਂ ਗਿਆ ਕਿਸੇ ਜਗ੍ਹਾ ਤੇ ਜਾਣਾ ਹੋਊਗਾ, ਉਹ ਕਿਵੇਂ ਸਮਝਾਏਗਾ ਦੂਸਰੇ ਇਨਸਾਨ ਨੂੰ। ਇਸ ਸਥਿਤੀ ਦੇ ਵਿੱਚ ਕੀ ਹੈ, ਨਕਸ਼ੇ ਸਾਡੀ ਹੈਲਪ ਕਰਦੇ ਆ। ਠੀਕ ਹੈ, ਹੈਲਪ ਕਰਦੇ ਆ ਨਕਸ਼ੇ ਸਾਡੀ। ਕਿਵੇਂ, ਮੰਨ ਲਓ ਉਹਨੇ ਕਿੱਥੇ ਜਾਣਾ ਸੀ, ਉਹਨੇ ਪਤਾ ਲਗਾਉਣਾ ਸੀ ਟਰਾਂਸਪੋਰਟ ਕਿੱਥੇ ਆ। ਠੀਕ ਹੈ, ਉਹਨੇ ਕੀ ਦੇਖਿਆ, ਨਕਸ਼ਾ ਖੋਲ੍ਹਿਆ ਉਸ ਏਰੀਏ ਦਾ ਜਿੱਥੇ ਉਹ ਹੈਗਾ ਆ, ਉਹਨੇ ਦੇਖਿਆ ਵੀ ਟਰਾਂਸਪੋਰਟ ਦਾ ਸਾਈਨ ਦੇਖਿਆ, ਜਿਵੇਂ ਆ ਦੇਖੋ, ਉਹਨੂੰ ਜਿੱਥੇ ਵੀ ਇਸ ਤਰ੍ਹਾਂ ਦਾ ਸਾਈਨ ਦਿਖੇਗਾ ਉਹਨੂੰ ਪਤਾ ਲੱਗ ਜਾਏਗਾ ਵੀ ਇਸ ਤਰ੍ਹਾਂ ਦਾ ਸਾਈਨ ਕਿਸ ਡਾਇਰੈਕਸ਼ਨ ਦੇ ਵਿੱਚ ਹੈਗਾ, ਉਹ ਕਿਸ ਡਾਇਰੈਕਸ਼ਨ ਦੇ ਵਿੱਚ ਖੜਾ ਹੈ ਤੇ ਕਿਸ ਡਾਇਰੈਕਸ਼ਨ ਦੇ ਵਿੱਚ ਇਸ ਤਰ੍ਹਾਂ ਦਾ ਸਾਈਨ ਹੈਗਾ, ਉਹ ਉਸ ਸਾਈਡ ਚੱਲਣਾ ਸ਼ੁਰੂ ਕਰ ਦੇਗਾ। ਠੀਕ ਹੈ, ਜੇ ਉਹਨੂੰ ਮਾਊਂਟੇਨ ਦਿਖ ਗਿਆ, ਉਹਨੂੰ ਪਤਾ ਲੱਗ ਜਾਏਗਾ ਕਿ ਮਾਊਂਟੇਨ ਇਸ ਨਕਸ਼ੇ ਦੇ ਵਿੱਚ ਇੱਥੇ ਦਿੱਤਾ ਹੋਇਆ, ਮਤਲਬ ਇਸ ਸਾਈਡ ਤੇ ਕੀ ਹੈਗਾ ਹੈ, ਪਹਾੜ ਹੈਗਾ ਹੈ। ਠੀਕ ਹੈ, ਇਹ ਸਿੰਬਲਸ ਨੇ ਜੋ ਸਾਰੀ ਦੁਨੀਆ ਦੇ ਵਿੱਚ ਸੇਮ ਹੀ ਹੁੰਦੇ ਨੇ। ਹਰੇਕ ਪੂਰੀ ਦੀ ਪੂਰੀ ਦੁਨੀਆ ਦੇ ਵਿੱਚ ਕੀ ਆ, ਸਾਰੇ ਲੋਕੀ ਜੇ ਉਹਨਾਂ ਨੇ ਪਹਾੜ ਦਿਖਾਉਣਾ ਨਕਸ਼ਿਆਂ ਤੇ ਕਿਸ ਤਰ੍ਹਾਂ ਦਿਖਾਉਣਗੇ, ਇਸ ਤਰ੍ਹਾਂ ਦਾ ਸਿੰਬਲ ਦਿਖਾਉਣਗੇ। ਜੇ ਉਹਨਾਂ ਨੇ ਪਾਣੀ ਵਗੈਰਾ ਦਿਖਾਉਣਾ ਹੈ ਤਾਂ ਉਹ ਨੀਲੇ ਕਲਰ ਦੇ ਵਿੱਚ ਦਿਖਾ ਦੇਣਗੇ। ਠੀਕ ਹੈ, ਅਲੱਗ-ਅਲੱਗ ਕਲਰ ਦੇ ਵਿੱਚ ਦਿਖਾ ਦੇਣਗੇ ਪਾਣੀ। ਠੀਕ ਹੈ, ਇਸੇ ਤਰ੍ਹਾਂ ਜੇ ਉਹਨਾਂ ਨੇ ਪੱਧਰੀ ਜ਼ਮੀਨ ਦਿਖਾਉਣੀ ਆ, ਠੀਕ ਹੈ, ਪੱਧਰੀ ਜ਼ਮੀਨ ਦਿਖਾਉਣੀ ਹੈ ਤਾਂ ਉਹ ਗ੍ਰੀਨ ਕਲਰ ਦੇ ਵਿੱਚ ਦਿਖਾ ਦੇਣਗੇ। ਤੇ ਇਸ ਤਰ੍ਹਾਂ ਉਹਨਾਂ ਨੇ ਫਿਕਸ ਕੀਤਾ ਹੋਇਆ ਸਾਰੇ ਦੇਸ਼ਾਂ ਨੇ ਮਿਲ ਕੇ ਆਪਸ ਵਿੱਚ, ਤਾਂ ਜੋ ਉਹਨਾਂ ਨੂੰ ਨਕਸ਼ਿਆਂ ਨੂੰ ਪੜ੍ਹਨਾ ਆਸਾਨ ਹੋ ਜੇ। ਠੀਕ ਹੈ, ਜੇ ਕਿਸੇ ਥਾਂ ਦੀ ਲੈਂਗੁਏਜ ਨਹੀਂ ਵੀ ਆਉਂਦੀ ਤਾਂ ਉਹ ਨਕਸ਼ਿਆਂ ਦੀ ਹੈਲਪ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾ ਸਕਣ। ਠੀਕ ਹੈ, ਇਹ ਕੀ ਹੁੰਦੇ ਆ, ਪ੍ਰਮਾਣਿਕ ਚਿੰਨ੍ਹ ਹੁੰਦੇ ਆ। ਠੀਕ ਹੈ, ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਹੈ ਆਪਣਾ, ਨੈਕਸਟ ਕੁਐਸਚਨ ਕੀ ਆ, ਮੇਕ ਅ ਚਾਰਟ ਆਫ ਦਾ ਕਨਵੈਨਸ਼ਨਲ ਸਿੰਬਲਸ ਤੇ ਆਪਾਂ ਇੱਕ ਚਾਰਟ ਬਣਾਉਣਾ ਹੈ। ਠੀਕ ਹੈ, ਜਿਵੇਂ ਬਾਉਂਡਰੀਜ਼, ਕਿਸੇ ਦੇਸ਼ ਦੀ ਬਾਉਂਡਰੀ ਹੋਵੇ ਜਾਂ ਕਿਸੇ ਇੱਕ ਦੇਸ਼ ਦੇ ਵਿੱਚ ਰਾਜਾਂ ਦੀ ਬਾਉਂਡਰੀ ਹੋਏ। ਠੀਕ ਹੈ, ਇੱਕ ਦੇਸ਼ ਦੇ ਵਿੱਚ ਕਈ ਰਾਜ ਹੁੰਦੇ ਆ ਨਾ, ਜਿਵੇਂ ਪੰਜਾਬ ਕਹਿੰਦੀ ਆ, ਜਿਵੇਂ ਕਿ ਸਾਡੇ ਇੰਡੀਆ ਦੇ ਵਿੱਚ 28 ਰਾਜ ਨੇ। ਠੀਕ ਹੈ, ਇਸ ਤਰ੍ਹਾਂ ਰਾਜ ਦੀ ਬਾਉਂਡਰੀ ਕਿਸ ਤਰ੍ਹਾਂ ਦੀ ਹੋਏਗੀ, ਇੰਟਰਨੈਸ਼ਨਲ ਬਾਉਂਡਰੀ ਕਿਸ ਤਰ੍ਹਾਂ ਦੀ ਹੋਏਗੀ, ਇਹ ਸਭ ਕੁਝ ਫਿਕਸ ਆ। ਠੀਕ ਹੈ, ਜਿਵੇਂ ਇੱਥੇ ਬਾਉਂਡਰੀਜ਼ ਦਿੱਤੀਆਂ ਹੋਈਆਂ ਨੇ, ਜੇ ਇੰਟਰਨੈਸ਼ਨਲ ਬਾਉਂਡਰੀ ਹੋਏਗੀ ਤਾਂ ਉਹ ਹਮੇਸ਼ਾ ਇਸ ਤਰ੍ਹਾਂ ਨਾਲ ਦਿਖਾਈ ਜਾਏਗੀ। ਠੀਕ ਹੈ, ਇਸੇ ਤਰ੍ਹਾਂ ਸਟੇਟ ਜਾਂ ਯੂਨੀਅਨ ਦੀ ਜੇਕਰ ਬਾਉਂਡਰੀ ਹੋਏਗੀ, ਸਟੇਟ ਯੂਨੀਅਨ ਦਿਖਾਉਣਾ ਹੋਏਗਾ ਤਾਂ ਇਸ ਤਰ੍ਹਾਂ ਦਾ ਹੋਏਗਾ। ਠੀਕ ਹੈ, ਜੇ ਅਸੀਂ ਵਾਟਰ ਸਿੰਬਲ ਪਾਣੀ ਦਿਖਾਉਣਾ ਆ ਤਾਂ ਇਸ ਤਰ੍ਹਾਂ ਦਾ ਦਿਖਾਵਾਂਗੇ ਆਪਾਂ। ਠੀਕ ਹੈ, ਜੇ ਆਪਾਂ ਕੀ ਦਿਖਾਉਣਾ ਹੈ, ਮਾਰੂਥਲ ਦਿਖਾਣੇ ਆ ਜਿੱਥੇ ਰੇਤ ਹੁੰਦਾ ਆ। ਠੀਕ ਹੈ, ਡੇਜ਼ਰਟਸ ਵਗੈਰਾ ਦਿਖਾਣੇ ਆ
ਤਾਂ ਆਪਾਂ ਇਸ ਤਰ੍ਹਾਂ ਦਾ ਸਿੰਬਲ ਦਿਖਾਵਾਂਗੇ। ਜੇ ਅਸੀਂ ਪਹਾੜ ਦਿਖਾਉਣੇ ਆ ਤਾਂ ਇਸ ਤਰ੍ਹਾਂ ਦਾ ਦਿਖਾਵਾਂਗੇ, ਠੀਕ ਹੈ। ਇਸੇ ਤਰ੍ਹਾਂ ਇੱਥੇ ਦੇਖ ਲਈਏ, ਜੇ ਆਪਾਂ ਇੰਪੋਰਟੈਂਟ ਰੇਲਵੇਜ਼ ਦਿਖਾਉਣੇ ਆ, ਠੀਕ ਹੈ, ਰੇਲਵੇ ਕਿੱਥੇ ਆ, ਤਾਂ ਆਪਾਂ ਇਸ ਤਰ੍ਹਾਂ ਦਾ ਸਿੰਬਲ ਦਿਖਾਵਾਂਗੇ, ਠੀਕ ਹੈ। ਤੇ ਨੈਸ਼ਨਲ ਰੋਡ ਜਿਹੜੇ ਹੋਣਗੇ, ਨੈਸ਼ਨਲ ਰੋਡ ਹੁੰਦੇ ਆ ਜਿਹੜੇ ਰਾਸ਼ਟਰੀ ਮਾਰਗ ਹੁੰਦੇ ਆ ਦੇਸ਼ ਦੇ ਵਿੱਚ, ਉਹ ਦਿਖਾਉਣਾ ਹੋਵੇ ਤਾਂ ਆਪਾਂ ਇਸ ਤਰ੍ਹਾਂ ਦਾ ਸਿੰਬਲ ਦਿਖਾਉਣਗੇ। ਇਹਨਾਂ ਨੂੰ ਆਪਾਂ ਕੀ ਕਹਿੰਦੇ ਆ, ਕਨਵੈਨਸ਼ਨਲ ਸਿੰਬਲ ਕਹਿੰਦੇ ਆ, ਜਿਹੜੀ ਸਾਰੀ ਦੁਨੀਆ ਮੰਨਦੀ ਆ, ਠੀਕ ਹੈ। ਤਾਂ ਉਹ ਇਸੇ ਅਕੋਰਡਿੰਗ ਆਪਣੇ ਆਪਣੇ ਦੇਸ਼ ਦਾ ਨਕਸ਼ਾ ਤਿਆਰ ਕਰਦੇ ਨੇ ਤੇ ਪੂਰੀ ਦੁਨੀਆ ਦਾ ਨਕਸ਼ਾ ਤਿਆਰ ਕੀਤਾ ਜਾਂਦਾ ਹੈ। ਪ੍ਰਮਾਣਿਕ ਚਿੰਨ੍ਹਾਂ ਬਾਰੇ ਤੁਸੀਂ ਕੀ ਜਾਣਦੇ ਹੋ? ਅੱਛਾ, ਇਹ ਇੰਗਲਿਸ਼ ਮੀਡੀਅਮ ਦਾ ਆ ਗਿਆ ਸੀ ਇੱਥੇ, ਠੀਕ ਹੈ, ਬਾਈ ਮਿਸਟੇਕ ਆ ਗਿਆ, ਅੱਗੇ ਜਾ ਕੇ ਲਿਖਣਾ ਸੀ। ਚਲੋ, ਪ੍ਰਮਾਣਿਕ ਚਿੰਨ੍ਹ ਇੱਥੇ ਪੁੱਛਿਆ ਸੀ ਤਾਂ ਉਹੀ ਜਿਹੜਾ ਮੈਂ ਤੁਹਾਨੂੰ ਦੱਸ ਕੇ ਆਈ ਹਾਂ ਨਾ, ਸਿੰਬਲਸ ਤਾਂ ਸੇਮ ਹੀ ਹੁੰਦੇ ਆ ਭਾਵੇਂ ਇੰਗਲਿਸ਼ 'ਚ ਹੋਵੇ ਭਾਵੇਂ ਪੰਜਾਬੀ 'ਚ ਹੋਵੇ, ਠੀਕ ਹੈ, ਉਹੀ ਸੇਮ ਸੀ, ਠੀਕ ਹੈ। ਨਕਸ਼ੇ ਵਿੱਚ ਕੁਝ ਵਿਸ਼ੇਸ਼ ਤੱਥਾਂ ਨੂੰ ਦਰਸਾਉਣ ਲਈ ਪੂਰੇ ਵਿਸ਼ਵ ਵਿੱਚ ਸਮਾਨ ਰੂਪ ਵਿੱਚ ਕੁਝ ਚਿੰਨ੍ਹ ਨਿਸ਼ਚਿਤ ਕੀਤੇ ਗਏ ਹਨ। ਇਹਨਾਂ ਨੂੰ ਪ੍ਰਮਾਣਿਕ ਚਿੰਨ੍ਹ ਕਹਿੰਦੇ ਆ। ਮਤਲਬ ਪੂਰੇ ਦੁਨੀਆ ਦੇ ਵਿੱਚ ਕੁਝ ਚਿੰਨ੍ਹ ਆਪਾਂ ਨਿਸ਼ਚਿਤ ਕਰ ਦਿੱਤੇ, ਇਹਨੂੰ ਆਪਾਂ ਕੀ ਕਹਿੰਦੇ ਆ, ਪ੍ਰਮਾਣਿਤ ਚਿੰਨ੍ਹ ਕਹਿੰਦੇ ਆ। ਪੂਰੀ ਦੁਨੀਆ ਦੁਆਰਾ ਉਹਨੂੰ ਪ੍ਰਮਾਣਿਤ ਕੀਤਾ ਗਿਆ, ਠੀਕ ਹੈ। ਚਿੰਨ੍ਹਾਂ ਦੀ ਵਰਤੋਂ ਨਾਲ ਨਕਸ਼ੇ ਨੂੰ ਪੜ੍ਹਨਾ ਆਸਾਨ ਹੋ ਜਾਂਦਾ ਹੈ, ਠੀਕ ਹੈ। ਮੈਂ ਦੱਸਿਆ ਵੀ ਲੈਂਗੁਏਜ ਨਹੀਂ ਵੀ ਆਉਂਦੀ ਤਾਂ ਵੀ ਸਾਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਕਿੱਥੇ ਪਹਾੜ ਆ, ਕਿੱਥੇ ਪਾਣੀ ਆ, ਹੈ ਨਾ, ਕਿੱਥੇ ਸਮਤਲ ਜ਼ਮੀਨ ਹੈ, ਸਭ ਕੁਝ ਸਾਨੂੰ ਪਤਾ ਲੱਗ ਜਾਂਦਾ ਹੈ। ਨਕਸ਼ੇ ਵਿੱਚ ਪਾਣੀ ਅਤੇ ਥਲ ਨੂੰ ਦਰਸਾਉਣ ਲਈ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜੇ ਅਸੀਂ ਪਾਣੀ ਦਿਖਾਉਣਾ ਤਾਂ ਅਲੱਗ ਰੰਗ ਯੂਜ਼ ਕਰਦੇ ਹਾਂ, ਜੇ ਜ਼ਮੀਨ ਦਿਖਾਉਣੀ ਹੈ ਤਾਂ ਅਲੱਗ ਰੰਗ ਯੂਜ਼ ਕਰਦੇ ਹਾਂ, ਠੀਕ ਹੈ। ਨੈਕਸਟ ਕੀ ਆ, ਰੰਗਦਾਰ ਆਪਾਂ ਕੀ ਕੁਝ ਰੰਗ ਕਿਹੜੇ ਕਿਹੜੇ ਵਰਤਦੇ ਹਾਂ, ਠੀਕ ਹੈ। ਇਹਨਾਂ ਚੀਜ਼ਾਂ ਨੂੰ ਦਿਖਾਉਣ ਲਈ ਅਸੀਂ ਕਿਹੜੇ ਕਿਹੜੇ ਨਕਸ਼ਿਆਂ ਨੂੰ ਯੂਜ਼ ਕਰਦੇ ਹਾਂ, ਠੀਕ ਹੈ। ਕੁਐਸਚਨ ਪੜ੍ਹੋ, ਰੰਗਦਾਰ ਨਕਸ਼ਿਆਂ ਵਿੱਚ ਕਿਹੜੇ ਕਿਹੜੇ ਰੰਗਾਂ ਨਾਲ ਹੇਠ ਲਿਖੀਆਂ ਭੌਤਿਕ ਆਕ੍ਰਿਤੀਆਂ ਦਿਖਾਈਆਂ ਜਾਂਦੀਆਂ ਹਨ? ਪਹਾੜ ਆਪਾਂ ਕਿਹੜੇ ਰੰਗ ਨਾਲ ਦਿਖਾਉਂਦੇ ਹਾਂ? ਪਹਾੜ ਲਈ ਆਪਾਂ ਹਮੇਸ਼ਾ ਕਿਹੜਾ ਰੰਗ ਯੂਜ਼ ਕਰਦੇ ਹਾਂ? ਬਰਾਊਨ ਕਲਰ ਯੂਜ਼ ਕਰਦੇ ਹਾਂ ਪੂਰਾ, ਠੀਕ ਹੈ। ਉੱਚੀਆਂ ਜੇ ਪਹਾੜ ਦਿਖਾਉਣ ਲਈ ਪੂਰਾ, ਜੇ ਪਹਾੜੀਆਂ ਦਿਖਾਉਣੀਆਂ ਆਪਾਂ ਫਿਰ ਪੀਲਾ ਰੰਗ ਯੂਜ਼ ਕਰਦੇ ਹਾਂ। ਮੈਦਾਨ ਦਿਖਾਉਣ ਦੇ ਲਈ ਆਪਾਂ ਹਰਾ ਰੰਗ ਯੂਜ਼ ਕਰਦੇ ਹਾਂ। ਦਰਿਆ ਦਿਖਾਉਣ ਦੇ ਲਈ ਅਸੀਂ ਨੀਲਾ ਕਲਰ ਯੂਜ਼ ਕਰਦੇ ਹਾਂ। ਦਰਿਆ ਹੋਵੇ ਜਾਂ ਕੋਈ ਵੀ ਪਾਣੀ ਦਾ ਸਰੋਤ ਹੁੰਦਾ ਉਹਨੂੰ ਆਪਾਂ ਨੀਲੇ ਕਲਰ ਨਾਲ ਦਿਖਾਉਂਦੇ ਹਾਂ, ਠੀਕ ਹੈ। ਜੰਗਲ ਦਿਖਾਉਣ ਲਈ ਆਪਾਂ ਹਰਾ ਰੰਗ ਯੂਜ਼ ਕਰਦੇ ਹਾਂ, ਠੀਕ ਹੈ। ਬਰਫ਼ ਨਾਲ ਢਕੇ ਪਹਾੜ ਦਿਖਾਉਣ ਲਈ ਆਪਾਂ ਕਿਹੜਾ ਕਲਰ ਯੂਜ਼ ਕਰਦੇ ਹਾਂ? ਚਿੱਟਾ, ਕਿਉਂਕਿ ਬਰਫ਼ ਚਿੱਟਾ ਹੁੰਦਾ, ਠੀਕ ਹੈ। ਇਹ ਕੁਝ ਕਲਰਸ ਨੇ, ਜੇ ਆਪਾਂ ਮੈਪ 'ਤੇ ਕੋਈ ਫੀਚਰ ਦਿਖਾਉਣੀ ਹੈ ਇਹਨਾਂ ਵਿੱਚੋਂ ਤਾਂ ਅਸੀਂ ਇਹੀ ਰੰਗਾਂ ਨਾਲ ਦਿਖਾਉਂਦੇ ਹਾਂ, ਠੀਕ ਹੈ। ਦੇਖੋ, ਜਿਵੇਂ ਕਿ ਇੱਥੇ ਦਿਖਾਇਆ ਗਿਆ ਹੈ ਨਾ, ਆਹ ਦੇਖੋ ਬਰਾਊਨ ਕਲਰ ਦੇ ਵਿੱਚ ਕੀ ਦਿਖਾਇਆ ਗਿਆ? ਪਹਾੜ ਦਿਖਾਇਆ ਗਿਆ। ਆ ਪੀਲੇ ਕਲਰ ਦੇ ਵਿੱਚ ਕੀ ਆ? ਪਠਾਰ ਜਾਂ ਛੋਟੀਆਂ ਛੋਟੀਆਂ ਜਿਹੜੀਆਂ ਪਹਾੜੀਆਂ ਨੇ ਉਹ ਦਿਖਾਇਆ ਗਿਆ, ਠੀਕ ਹੈ। ਤੇ ਆ ਗ੍ਰੀਨ ਕਲਰ ਦੇ ਵਿੱਚ ਕੀ ਦਿਖਾਇਆ ਗਿਆ? ਜ਼ਮੀਨ ਦਿਖਾਈ ਗਈ ਹੈ, ਠੀਕ ਹੈ। ਇਸ ਤਰ੍ਹਾਂ ਅਲੱਗ-ਅਲੱਗ ਕਲਰ ਯੂਜ਼ ਕਰਦੇ ਆ। ਤੇ ਤੁਹਾਨੂੰ ਵਿਚਾਲੇ ਕਿਤੇ ਇਸ ਤਰ੍ਹਾਂ ਦੀ ਲਾਈਨ ਦਿਖਾਈ ਦੇ ਰਹੀ ਹੋਣੀ ਆ, ਠੀਕ ਹੈ। ਆ ਕਿਤੇ ਲਾਈਨ ਜਾ ਰਹੀ ਆ, ਇਸ ਤਰ੍ਹਾਂ ਦੀ ਕਲਰ ਚੇਂਜ ਕਰ ਲੈਂਦੇ ਆਪਾਂ, ਠੀਕ ਹੈ। ਵਿਚਾਲੇ ਨਾ ਤੁਹਾਨੂੰ ਲਾਈਨ ਦਿਖਾਈ ਦੇ ਰਹੀ ਹੋਣੀ, ਜਿਵੇਂ ਕਿ ਆ ਵੇਖੋ ਜਾ ਰਹੀ ਹੈ ਲਾਈਨ, ਹੈ ਨਾ। ਇਹ ਨੀਲੇ ਕਲਰ ਦੀਆਂ ਨੇ, ਬਸ ਇੱਥੇ ਦਿਖਾਈ ਨਹੀਂ ਦੇ ਰਿਹਾ। ਇਹ ਕੀ ਨੇ? ਇਹ ਦਰਿਆਵਾਂ ਨੂੰ ਦਿਖਾ ਰਿਹਾ, ਠੀਕ ਹੈ। ਇਸ ਤਰ੍ਹਾਂ ਅਲੱਗ-ਅਲੱਗ ਕਲਰ ਅਸੀਂ ਅਲੱਗ-ਅਲੱਗ ਚੀਜ਼ਾਂ ਨੂੰ ਦਿਖਾਉਣ ਲਈ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਨਕਸ਼ੇ ਵਿੱਚ ਦਿਸ਼ਾ ਦਾ ਕੀ ਉਪਯੋਗ ਕੀਤਾ ਜਾਂਦਾ ਹੈ? ਡਾਇਰੈਕਸ਼ਨ ਦਾ ਕੀ ਯੂਜ਼ ਹੁੰਦਾ ਹੈ ਨਕਸ਼ੇ ਦੇ ਵਿੱਚ? ਨਕਸ਼ੇ ਵਿੱਚ ਦਿਸ਼ਾ ਨਾਲ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਕੋਈ ਸਥਾਨ ਕਿੱਥੇ ਸਥਿਤ ਹੈ। ਨਕਸ਼ੇ ਦਾ ਉੱਪਰਲਾ ਭਾਗ ਉੱਤਰ ਦਿਸ਼ਾ ਦਾ ਹੁੰਦਾ ਹੈ। ਇਸ ਨਾਲ ਅਸੀਂ ਬਾਕੀ ਦਿਸ਼ਾਵਾਂ ਦਾ ਅਨੁਮਾਨ ਵੀ ਲਗਾ ਸਕਦੇ ਹਾਂ, ਠੀਕ ਹੈ। ਨਕਸ਼ੇ ਵਿੱਚ ਜਿਹੜਾ ਉੱਪਰ ਵਾਲਾ ਸਾਈਡ ਹੁੰਦਾ ਉਹ ਹਮੇਸ਼ਾ ਕਿਸ ਦਿਸ਼ਾ ਨੂੰ ਦਿਖਾਉਂਦਾ ਹੈ? ਉੱਤਰ ਨੂੰ ਦਿਖਾਉਂਦਾ ਹੈ, ਨੌਰਥ, ਯਾਨੀ ਕਿ ਉੱਤਰ, ਠੀਕ ਹੈ। ਹਮੇਸ਼ਾ ਹੀ ਉੱਤਰ ਨੂੰ ਦਿਖਾਏਗਾ। ਜੇ ਸਾਨੂੰ ਪਤਾ ਲੱਗੇ ਉੱਤਰ ਆ ਤਾਂ ਉੱਤਰ ਦੇ ਸਾਹਮਣੇ ਕੀ ਹੁੰਦਾ ਆ? ਹਮੇਸ਼ਾ ਦੱਖਣ, ਉੱਤਰ ਦੇ ਸਾਹਮਣੇ ਦੱਖਣ ਹੁੰਦਾ ਆ, ਠੀਕ ਹੈ, ਜਿਹਨੂੰ ਆਪਾਂ ਸਾਊਥ ਕਹਿ ਦਿੰਦੇ ਹਾਂ, ਠੀਕ ਹੈ। ਤੇ ਹਮੇਸ਼ਾ ਕੀ ਹੋਏਗਾ? ਰਾਈਟ ਹੈਂਡ ਸਾਈਡ ਤੇ ਈਸਟ ਹੋਏਗਾ ਹਮੇਸ਼ਾ, ਯਾਨੀ ਕਿ ਪੂਰਬ ਹੋਏਗਾ। ਵੈਸਟ ਸਾਈਡ ਤੇ ਕੀ ਹੋਏਗਾ? ਪੱਛਮ ਹੋਏਗਾ, ਠੀਕ ਹੈ, ਵੈਸਟ। ਤੇ ਇਸ ਤਰ੍ਹਾਂ ਜੇ ਸਾਨੂੰ ਇੱਕ ਡਾਇਰੈਕਸ਼ਨ ਦਾ ਪਤਾ ਲੱਗਿਆ, ਅਸੀਂ ਚਾਰ ਦੇ ਚਾਰੇ ਡਾਇਰੈਕਸ਼ਨ ਪਤਾ ਕਰ ਲਏ। ਹੁਣ ਜੇ ਮੈਨੂੰ ਪਤਾ ਆ ਕਿ ਮੈਂ ਕਿੱਥੇ ਆ, ਇਸ ਜਗ੍ਹਾ 'ਤੇ ਆ, ਗੁਜਰਾਤ ਵਿੱਚ ਆ, ਠੀਕ ਹੈ। ਇੱਥੇ ਰਾਜਸਥਾਨ ਆ, ਸੱਚ ਮੈਂ ਰਾਜਸਥਾਨ ਵਿੱਚ ਆ ਅਤੇ ਮੈਂ ਜਾਣਾ ਹੈ ਵੈਸਟ ਬੰਗਾਲ। ਮੈਨੂੰ ਕਿਸ ਡਾਇਰੈਕਸ਼ਨ ਦੇ ਵਿੱਚ ਜਾਣਾ ਪਏਗਾ, ਠੀਕ ਹੈ। ਕਿਵੇਂ ਪਤਾ ਲੱਗਿਆ? ਨਕਸ਼ਾ ਦੇਖਿਆ, ਮੈਂ ਇੱਥੇ ਆ, ਮੈਂ ਜਾਣਾ ਹੈ ਇਸ ਸਾਈਡ 'ਤੇ। ਆਪਣਾ ਜਿਹੜਾ ਵੈਸਟ ਬੰਗਾਲ ਆ ਕਿੱਥੇ ਆ? ਪੂਰਬ ਦੇ ਵਿੱਚ ਆ। ਇਟ ਮੀਨਸ ਮੈਂ ਪੂਰਬ ਦੇ ਵਿੱਚ ਜਾਊਂਗੀ ਤਾਂ ਮੈਂ ਕਿੱਥੇ ਪਹੁੰਚਾਂਗੀ? ਆਪਾਂ ਵੈਸਟ ਬੰਗਾਲ ਪਹੁੰਚਾਂਗੇ, ਠੀਕ ਹੈ। ਇਹ ਹੈਲਪ ਕਰਦਾ ਹੈ ਸਾਨੂੰ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਜਾਣ ਦੇ ਵਿੱਚ, ਕੋਈ ਜਗ੍ਹਾ ਕਿੱਥੇ ਸਥਿਤ ਹੈ ਇਹ ਪਤਾ ਲਗਾਉਣ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਨਕਸ਼ੇ ਨੂੰ ਪੜ੍ਹਨ ਲਈ ਪੈਮਾਨਾ ਸਾਡੀ ਕੀ ਮਦਦ ਕਰਦਾ ਹੈ? ਪੈਮਾਨਾ ਕੀ ਮਦਦ ਕਰਦਾ ਨਕਸ਼ਿਆਂ ਨੂੰ ਪੜ੍ਹਨ ਲਈ? ਅਸੀਂ ਨਕਸ਼ੇ 'ਤੇ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਨੂੰ ਨਹੀਂ ਦਿਖਾ ਸਕਦੇ, ਇਸ ਲਈ ਅਸੀਂ ਇਸ ਨੂੰ ਛੋਟੇ ਪੈਮਾਨੇ ਵਿੱਚ ਬਦਲ ਕੇ ਦਿਖਾਉਂਦੇ ਹਾਂ, ਠੀਕ ਹੈ। ਕਿਉਂਕਿ ਸਾਨੂੰ ਪਤਾ
ਕਿ ਜੇ ਆਪਾਂ ਇੱਕ ਛੋਟੇ ਜਿਹੇ ਸ਼ਹਿਰ ਦੀ ਐਗਜ਼ਾਮਪਲ ਲੈ ਲੈਂਦੇ ਹਾਂ, ਠੀਕ ਹੈ, ਜਾਂ ਰਾਜਾਂ ਦੀ ਐਗਜ਼ਾਮਪਲ ਲੈ ਲਿਆ, ਸਾਨੂੰ ਪਤਾ ਕਿ ਜਿਹੜਾ ਹਰਿਆਣਾ ਹੈ ਪੰਜਾਬ ਦਾ ਪੜੋਸੀ ਆ, ਬਟ ਪੰਜਾਬ ਤੇ ਹਰਿਆਣਾ ਦੇ ਵਿੱਚ ਵੀ ਕਈ ਕਿਲੋਮੀਟਰ ਦਾ ਫਰਕ ਆ ਗਿਆ, ਠੀਕ ਹੈ। ਹੁਣ ਇੰਨੇ ਕਿਲੋਮੀਟਰ ਦਾ ਫਰਕ ਅਸੀਂ ਛੋਟੇ ਜਿਹੇ ਪੇਜ ਤੇ, ਜਿਹੜੀ ਕਿ ਤੁਹਾਡੀ ਕਾਪੀ ਦਾ ਛੋਟਾ ਜਿਹਾ ਪੇਜ ਹੈਗਾ, ਇੰਨੇ ਛੋਟੇ ਪੇਜ ਤੇ ਦਿਖਾ ਸਕਦੇ ਹਾਂ? ਨਹੀਂ ਦਿਖਾ ਸਕਦੇ। ਇਸ ਲਈ ਅਸੀਂ ਜਿਹੜੀ ਰੀਅਲ ਦੂਰੀ ਹੁੰਦੀ ਹੈ ਉਹਨੂੰ ਛੋਟਾ ਕਰਕੇ ਦਿਖਾ ਦਿੰਦੇ ਹਾਂ ਇਸ ਨਕਸ਼ੇ ਤੇ, ਠੀਕ ਹੈ। ਰੀਅਲ ਦੇ ਵਿੱਚ ਜੇ ਹਰਿਆਣਾ ਤੇ ਪੰਜਾਬ ਦੇ ਵਿੱਚ 500 ਕਿਲੋਮੀਟਰ ਦਾ ਡਿਫਰੈਂਸ ਹੈ, ਤਾਂ ਉਹ ਨਕਸ਼ੇ ਦੇ ਵਿੱਚ ਅਸੀਂ ਇਸ ਤਰ੍ਹਾਂ ਦਿਖਾਵਾਂਗੇ ਕਿ ਉੱਥੇ ਵੀ 500 ਕਿਲੋਮੀਟਰ ਦਾ ਡਿਫਰੈਂਸ ਬਣੇ, ਠੀਕ ਹੈ। ਡਿਫਰੈਂਸ ਘੱਟ ਨਹੀਂ ਹੋਣਾ ਚਾਹੀਦਾ, ਪਰ ਉਹਦਾ ਪੈਮਾਨਾ ਛੋਟਾ ਹੋ ਜਾਂਦਾ। ਮਤਲਬ 500 ਕਿਲੋਮੀਟਰ ਦਾ ਜਿਹੜਾ ਡਿਫਰੈਂਸ ਆ 500 ਕਿਲੋਮੀਟਰ ਦਾ ਹੈ, ਠੀਕ ਹੈ। ਨਕਸ਼ੇ ਤੇ ਮੈਂ ਕਿਹਾ ਕਿ ਕੀ ਆ, 1 ਕਿਲੋਮੀਟਰ ਦਾ ਮਤਲਬ ਕੀ ਆ 100, 1 ਸੈਂਟੀਮੀਟਰ ਦਾ ਮਤਲਬ ਆ 100 ਕਿਲੋਮੀਟਰ, ਠੀਕ ਹੈ। 1 ਸੈਂਟੀਮੀਟਰ ਦਾ ਮਤਲਬ ਕੀ ਆ 100 ਕਿਲੋਮੀਟਰ। ਤੇ ਮੈਂ ਨਕਸ਼ੇ ਤੇ ਦਿਖਾਇਆ ਕਿ ਜਿਹੜਾ ਹਰਿਆਣਾ ਆ ਉਹ ਪੰਜਾਬ ਤੋਂ 5 ਸੈਂਟੀਮੀਟਰ ਦੀ ਦੂਰੀ ਤੇ ਆ, ਠੀਕ ਹੈ। ਕਿੰਨੇ ਸੈਂਟੀਮੀਟਰ ਦੀ ਦੂਰੀ ਤੇ ਆ? 5 ਸੈਂਟੀਮੀਟਰ। ਮੈਨੂੰ ਪਤਾ ਲੱਗਿਆ 1 ਸੈਂਟੀਮੀਟਰ ਮਤਲਬ 100 ਕਿਲੋਮੀਟਰ, ਤਾਂ 5 ਸੈਂਟੀਮੀਟਰ ਮਤਲਬ ਕਿ 500 ਕਿਲੋਮੀਟਰ। ਤਾਂ ਇਸ ਤਰ੍ਹਾਂ ਇੱਥੇ ਵੀ 500 ਕਿਲੋਮੀਟਰ ਆ ਗਿਆ, ਰੀਅਲ ਦੇ ਵਿੱਚ ਵੀ 500 ਕਿਲੋਮੀਟਰ ਆ ਗਿਆ। ਇਹਨੂੰ ਆਪਾਂ ਕੀ ਕਹਿੰਦੇ ਆ? ਇਹਨੂੰ ਕਹਿੰਦੇ ਆ ਪੈਮਾਨਾ, ਠੀਕ ਹੈ, ਪੈਮਾਨਾ। ਹੁਣ ਇੱਥੇ ਕੀ ਕਰਦੇ ਹਾਂ ਆਪਾਂ? ਇਸ ਨੂੰ ਆਪਾਂ ਛੋਟੇ ਪੈਮਾਨੇ ਤੇ ਦਿਖਾ ਦਿੰਦੇ ਹਾਂ। ਉਦਾਹਰਨ ਲਈ ਅਸੀਂ ਧਰਾਤਲ ਦੀ 1000 ਕਿਲੋਮੀਟਰ ਦੀ ਦੂਰੀ ਨੂੰ 10 ਸੈਂਟੀਮੀਟਰ ਦੁਆਰਾ ਦਿਖਾ ਸਕਦੇ ਹਾਂ, ਠੀਕ ਹੈ। ਮਤਲਬ ਜੇ ਵੱਡਾ ਨਕਸ਼ਾ ਪੂਰੀ ਦੁਨੀਆ ਦਾ ਤਿਆਰ ਕਰਦੇ ਹਾਂ, ਜਿੰਨਾ ਵੱਡਾ ਨਕਸ਼ਾ ਬਣਾਵਾਂਗੇ ਓਨਾ ਹੀ ਅਸੀਂ ਕੀ ਪੈਮਾਨਾ ਵੱਡਾ ਲਈ ਜਾਵਾਂਗੇ, ਠੀਕ ਹੈ। ਜਿੰਨੇ ਛੋਟੇ ਏਰੀਏ ਦਾ ਬਣਾਵਾਂਗੇ ਪੈਮਾਨਾ ਉਹਨਾਂ ਛੋਟਾ ਰੱਖ ਸਕਦੇ ਹਾਂ। ਹੁਣ ਜੇ ਪੂਰੀ ਦੁਨੀਆ ਦਾ ਦਿਖਾਣਾ ਹੋਏਗਾ ਤਾਂ 1000 ਕਿਲੋਮੀਟਰ ਦਿਖਾਉਣ ਦੇ ਲਈ ਆਪਾਂ ਕੀ ਕੀਤਾ? 10 ਸੈਂਟੀਮੀਟਰ। ਜੇ ਮਤਲਬ 10 ਸੈਂਟੀਮੀਟਰ ਦਾ ਡਿਫਰੈਂਸ ਆ ਰਿਹਾ ਜੇ ਦੋ ਥਾਵਾਂ ਦੇ ਵਿੱਚ, ਠੀਕ ਹੈ। ਇਹਦਾ ਮਤਲਬ ਕੀ ਹੈ? ਰੀਅਲ ਦੇ ਵਿੱਚ ਉਹ ਡਿਫਰੈਂਸ ਕਿੰਨਾ ਹੋ ਗਿਆ? 1000 ਕਿਲੋਮੀਟਰ। ਇਹਨੂੰ ਕਹਿੰਦੇ ਆਪਾਂ ਪੈਮਾਨਾ, ਠੀਕ ਹੈ, ਛੋਟਾ ਪੈਮਾਨਾ। ਇਹ ਹੈਲਪ ਕਰਦਾ ਸਾਨੂੰ ਨਕਸ਼ਾ ਪੜ੍ਹਨ ਦੇ ਵਿੱਚ, ਠੀਕ ਹੈ। ਇਸ ਤਰ੍ਹਾਂ ਇਹ ਹੋ ਗਿਆ ਸੀ ਆਪਣਾ। ਨੈਕਸਟ ਕੁਐਸਚਨ ਕੀ ਆ? ਨਕਸ਼ੇ ਵਿੱਚ ਸੰਕੇਤਾਂ ਦਾ ਕੀ ਮਹੱਤਵ ਹੈ? ਸੰਕੇਤ ਕੀ ਹੈਲਪ ਕਰਦੇ ਆ ਨਕਸ਼ਿਆਂ ਦੇ ਵਿੱਚ? ਨਕਸ਼ਿਆਂ ਵਿੱਚ ਸੜਕਾਂ, ਰੇਲ ਮਾਰਗਾਂ, ਨਗਰਾਂ ਆਦਿ ਨੂੰ ਉਹਨਾਂ ਦੇ ਅਸਲੀ ਆਕਾਰ ਵਿੱਚ ਨਹੀਂ ਦਿਖਾਇਆ ਜਾ ਸਕਦਾ। ਇਹਨਾਂ ਨੂੰ ਦਿਖਾਉਣ ਲਈ ਅਸੀਂ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਸੰਕੇਤਾਂ ਨੂੰ ਦੇਖ ਕੇ ਅਸੀਂ ਵੱਖ-ਵੱਖ ਸੜਕਾਂ ਅਤੇ ਸਥਾਨਾਂ ਦੀ ਸਥਿਤੀ ਬਾਰੇ ਪਤਾ ਕਰ ਸਕਦੇ ਹਾਂ, ਠੀਕ ਹੈ। ਕੀ ਆ? ਅਸੀਂ ਹੁਣ ਕੋਈ ਮਕਾਨ ਜਿੰਨਾ ਵੱਡਾ ਓਨਾ ਵੱਡਾ ਤਾਂ ਅਸੀਂ ਉੱਤੇ ਦਿਖਾ ਨਹੀਂ ਸਕਦੇ ਮੈਪ ਦੇ ਉੱਤੇ, ਠੀਕ ਹੈ। ਜਾਂ ਕੋਈ ਤਾਜ ਮਹਿਲ ਨੂੰ ਜਿੰਨਾ ਵੱਡਾ ਓਨਾ ਵੱਡਾ ਤਾਂ ਅਸੀਂ ਮੈਪ ਤੇ ਦਿਖਾ ਨਹੀਂ ਸਕਦੇ। ਉਹਦੇ ਲਈ ਆਪਾਂ ਸੰਕੇਤ ਵਰਤਦੇ ਹਾਂ, ਠੀਕ ਹੈ। ਕੀ ਵਰਤਦੇ ਆ? ਸੰਕੇਤ। ਇਹਨੂੰ ਹੀ ਆਪਾਂ ਸੰਕੇਤ ਚਿੰਨ੍ਹ ਕਹਿ ਦਿੰਦੇ ਹਾਂ, ਠੀਕ ਹੈ। ਜਿਵੇਂ ਕਿ ਕੈਪੀਟਲ ਆਫ ਕੰਟਰੀ, ਜੇ ਸਾਨੂੰ ਆਪਣੇ ਦੇਸ਼ ਦੀ ਰਾਜਧਾਨੀ ਜਾਂ ਕਿਸੇ ਵੀ ਦੇਸ਼ ਨੇ ਆਪਣੀ ਰਾਜਧਾਨੀ ਦਿਖਾਉਣੀ ਆ ਤਾਂ ਉਹਦੇ ਲਈ ਇਸ ਤਰ੍ਹਾਂ ਦਾ ਸਿੰਬਲ ਯੂਜ਼ ਕਰਦੇ ਆ, ਠੀਕ ਹੈ। ਹੁਣ ਉਹ ਰਾਜਧਾਨੀ ਬਣਾਉਣ ਤਾਂ ਨਹੀਂ ਬੈਠਣਗੇ, ਦਿੱਲੀ ਦਾ ਉਹ ਦਿੱਲੀ ਕਿਵੇਂ ਦਿਖਦੀ ਆ ਉਹ ਤਾਂ ਬਣਾਉਣ ਬੈਠਣਗੇ ਨਹੀਂ। ਬਸ ਉਹਨਾਂ ਨੇ ਕੀ ਕੀਤਾ? ਇਹ ਦਿੱਲੀ ਆ ਇਸ ਲਈ ਉਹਨਾਂ ਨੇ ਇਸ ਤਰ੍ਹਾਂ ਦੀ ਰਾਜਧਾਨੀ ਲਈ ਸਿੰਬਲ ਫਿਕਸ ਕਰ ਦਿੱਤਾ ਸਾਰੀ ਦੁਨੀਆ ਨੇ, ਠੀਕ ਹੈ। ਜੇ ਕਿਸੇ ਰਾਜ ਦੀ ਰਾਜਧਾਨੀ ਹੋਏਗੀ ਤਾਂ ਉਹਨਾਂ ਨੇ ਇਸ ਤਰ੍ਹਾਂ ਦਾ ਸਿੰਬਲ ਫਿਕਸ ਕਰ ਦਿੱਤਾ, ਠੀਕ ਹੈ। ਜੇ ਕੋਈ ਟਾਊਨ ਦਿਖਾਣਾ ਹੋਊਗਾ, ਠੀਕ ਹੈ, ਤਾਂ ਉਹਨਾਂ ਨੇ ਇਸ ਤਰ੍ਹਾਂ ਦਾ ਸਿੰਬਲ ਫਿਕਸ ਕਰ ਦਿੱਤਾ, ਠੀਕ ਹੈ। ਰੇਲਵੇ ਟਨਲਸ, ਜਿਹੜੀ ਗੁਫਾਵਾਂ ਹੁੰਦੀਆਂ ਨੇ, ਜਦ ਆਪਾਂ ਗੱਡੀ ਦੇ ਵਿੱਚ ਜਾਂਦੇ ਹਾਂ ਕਈ ਵਾਰ ਗੁਫਾਵਾਂ ਦੇ ਅੰਦਰੋਂ ਹੋ ਕੇ ਜਾ ਰਹੇ ਹੁੰਦੇ ਆ ਨਾ, ਔਰ ਇਸ ਤਰ੍ਹਾਂ ਦਾ ਕੁਝ ਦਿਖਾਉਣਾ ਤਾਂ ਇਸ ਤਰ੍ਹਾਂ ਦਾ ਸਿੰਬਲ ਦਿਖਾਉਣਗੇ, ਠੀਕ ਹੈ। ਇਸ ਤਰ੍ਹਾਂ ਕੀ ਨੇ? ਅਲੱਗ-ਅਲੱਗ ਸਿੰਬਲਸ ਆਪਾਂ ਸਿਲੈਕਟ ਕੀਤੇ ਹੋਏ ਆ ਜੋ ਕਿ ਸਾਨੂੰ ਨਕਸ਼ਾ ਪੜ੍ਹਨ ਦੇ ਵਿੱਚ ਹੈਲਪ ਕਰਦੇ ਆ, ਠੀਕ ਹੈ। ਇਸ ਤਰ੍ਹਾਂ ਜਿਹੜਾ ਸੀ ਆਪਣਾ ਪੰਜਾਬੀ ਮੀਡੀਅਮ ਦੇ ਕੁਐਸਚਨ ਆਨਸਰ ਖਤਮ ਹੋ ਗਏ। ਹੁਣ ਇੰਗਲਿਸ਼ ਮੀਡੀਅਮ ਦੇ ਆਪਾਂ ਕਰ ਲੈਂਦੇ ਆ। ਇੱਕ ਵਾਰ ਜਲਦੀ ਪੜ੍ਹ ਲੈਂਦੇ ਆ ਕਿਉਂਕਿ ਆਪਾਂ ਸਮਝ ਚੁੱਕੇ ਹਾਂ ਹਰੇਕ ਚੀਜ਼, ਠੀਕ ਹੈ। ਵਟ ਇਜ਼ ਅ ਮੈਪ? ਮੈਪ ਕੀ ਹੁੰਦਾ ਹੈ ਮੈਂ ਤੁਹਾਨੂੰ ਦੱਸ ਦਿੱਤਾ। ਅ ਮੈਪ ਇਜ਼ ਅ ਰਿਪਰੈਜ਼ੈਂਟੇਸ਼ਨ ਆਫ ਦਾ ਹੋਲ ਅਰਥ ਔਨ ਐਨੀ ਪਾਰਟ ਆਫ ਇਟ ਡਰੋਨ ਔਨ ਸਮ ਪਰਟੀਕੂਲਰ ਸਕੇਲ ਔਨ ਅ ਫਲੈਟ ਸਰਫੇਸ, ਠੀਕ ਹੈ। ਮੈਪ ਕੀ ਆ? ਇੱਕ ਫਲੈਟ ਸਰਫੇਸ ਦੇ ਉੱਤੇ ਆਪਾਂ ਪੂਰੀ ਦੁਨੀਆ ਦਾ ਜਾਂ ਫਿਰ ਕਿਸੇ ਇੱਕ ਹਿੱਸੇ ਨੂੰ ਫਲੈਟ ਸਰਫੇਸ ਦੇ ਉੱਤੇ ਖਿੱਚ ਦਿੰਦੇ ਆ, ਠੀਕ ਹੈ। ਸਕੇਲ ਦੇ ਅਕੋਰਡਿੰਗ ਉਹਨੂੰ ਆਪਾਂ ਕੀ ਕਹਿੰਦੇ ਆ? ਮੈਪ ਕਹਿੰਦੇ ਆ, ਠੀਕ ਹੈ। ਸਕੇਲ ਦੇ ਅਕੋਰਡਿੰਗ ਮਤਲਬ ਦੂਰੀ ਦੇ ਅਕੋਰਡਿੰਗ, ਜਿਹੜੀ ਚੀਜ਼ ਜਿੰਨੀ ਦੂਰ ਆ ਉਨੀ ਹੀ ਦੂਰ ਆਪਾਂ ਮੈਪ ਤੇ ਦਿਖਾਵਾਂਗੇ, ਬਟ ਸਕੇਲ ਘੱਟ ਕਰ ਦਾਂਗੇ, ਛੋਟਾ ਰੱਖਾਂਗੇ। ਵਟ ਇਜ਼ ਅ ਗਲੋਬ? ਗਲੋਬ ਕੀ ਆ? ਅ ਗਲੋਬ ਇਜ਼ ਅ ਸਮੋਲ ਮਾਡਲ ਆਫ ਦਾ ਬਿਗ ਅਰਥ। ਗਲੋਬ ਕੀ ਆ? ਸਾਡੀ ਜਿਹੜੀ ਅਰਥ ਹੈਗੀ ਆ, ਇੰਨੀ ਵੱਡੀ ਅਰਥ ਆ, ਉਹਨੂੰ ਜੇ ਆਪਾਂ ਛੋਟੇ ਰੂਪ ਦੇ ਵਿੱਚ ਦਿਖਾਉਂਦੇ ਹਾਂ ਉਹਨੂੰ ਆਪਾਂ ਕਹਿ ਦਿੰਦੇ ਹਾਂ ਗਲੋਬ, ਠੀਕ ਹੈ। ਜਿਵੇਂ ਕਿ ਆ ਰਿਹਾ, ਜਿਵੇਂ ਆਪਾਂ ਮੈਂ ਦੱਸ ਕੇ ਆਈ ਸੀ ਨਾ, ਫਲੈਟ ਸਰਫੇਸ ਤੇ ਖਿੱਚਿਆ ਗਿਆ ਸਭ ਕੁਝ ਦੂਰੀ ਦੇ ਅਕੋਰਡਿੰਗ। ਇਹ ਕੀ ਆ? ਮੈਪ ਆ। ਇਹ ਸਾਡੀ ਵੱਡੀ ਸਾਰੀ ਪ੍ਰਿਥਵੀ ਦਾ ਛੋਟਾ ਜਿਹਾ ਰੂਪ ਹੈ, ਇਹਨੂੰ ਆਪਾਂ ਕਹਿੰਦੇ ਹਾਂ ਗਲੋਬ। ਨੈਕਸਟ ਕੁਐਸਚਨ ਕੀ ਆ? ਵਟ ਇਜ਼ ਦਾ ਰਾਈਟ ਦਾ ਡਿਫਰੈਂਸ ਬਿਟਵੀਨ ਅ ਮੈਪ ਐਂਡ ਅ ਗਲੋਬ?
ਗਲੋਬ ਐਂਡ ਮੈਪ ਦੇ ਵਿੱਚ ਡਿਫਰੈਂਸ ਦੱਸਣਾ, ਤੇ ਡਿਫਰੈਂਸ ਸਾਨੂੰ ਪਤਾ ਹੀ ਹੈ ਨਾ ਕਿ ਗਲੋਬ ਇਜ਼ ਅ ਟਰੂ ਮਾਡਲ ਆਫ ਦਾ ਅਰਥ। ਗਲੋਬ ਕੀ ਆ, ਜਿਹੜੀ ਸਾਡੀ ਅਰਥ ਦਾ ਟਰੂ ਮਾਡਲ ਆ, ਮਤਲਬ ਜੇ ਅਰਥ ਗੋਲ ਆ ਤਾਂ ਇਹ ਵੀ ਗੋਲ ਆ। ਜਿੱਥੇ ਅਰਥ ਦੇ ਵਿੱਚ, ਰੀਅਲ ਅਰਥ ਦੇ ਵਿੱਚ ਜਿੱਥੇ ਪਹਾੜ ਨੇ, ਗਲੋਬ ਦੇ ਵਿੱਚ ਪਹਾੜ ਉੱਥੇ ਹੀ ਦਿਖਾਏ ਗਏ। ਰੀਅਲ ਅਰਥ ਦੇ ਵਿੱਚ ਇੰਡੀਆ ਜਿੱਥੇ ਸਥਿਤ ਆ, ਗਲੋਬ ਦੇ ਵਿੱਚ ਇੰਡੀਆ ਨੂੰ ਉੱਥੇ ਹੀ ਦਿਖਾਇਆ ਗਿਆ, ਠੀਕ ਹੈ, ਮਤਲਬ ਬਿਲਕੁਲ ਸੇਮ ਹੀ ਰੱਖਿਆ ਗਿਆ। ਉਹਨੂੰ ਆਪਾਂ ਕੀ ਕਹਿੰਦੇ ਆ, ਗਲੋਬ ਕਹਿ ਦਿੰਦੇ ਆ, ਠੀਕ ਹੈ। ਇਟ ਇਜ਼ 3 ਡਾਇਮੈਂਸ਼ਨਲ ਐਂਡ ਸਫੇਰਿਕਲ ਇਨ ਸ਼ੇਪ। ਇਹ ਕੀ ਹੈ, 3 ਡਾਇਮੈਂਸ਼ਨਲ ਆ। 3 ਡਾਇਮੈਂਸ਼ਨਲ ਜਿਹਦੀ ਹਾਈਟ ਵੀ ਹੁੰਦੀ ਆ, ਲੈਂਥ ਵੀ ਹੁੰਦੀ ਆ, ਬ੍ਰੈਥ ਵੀ ਹੁੰਦੀ ਹੈ, ਠੀਕ ਹੈ, ਲੰਬਾਈ, ਚੌੜਾਈ ਤੇ ਉਚਾਈ, ਤਿੰਨੇ ਚੀਜ਼ਾਂ ਜਿਹਦੀਆਂ ਹੁੰਦੀਆਂ ਨੇ, ਠੀਕ ਹੈ, ਉਹਨੂੰ ਆਪਾਂ ਕੀ ਕਹਿੰਦੇ ਆ, 3 ਡਾਇਮੈਂਸ਼ਨਲ ਕਹਿੰਦੇ ਆ। ਤੇ ਗਲੋਬ ਸਾਨੂੰ ਪਤਾ ਨਾ ਰਾਊਂਡ ਹੁੰਦੀ ਆ, ਉਹਦੀ ਕੀ ਆ, ਲੰਬਾਈ ਵੀ ਆ, ਉਚਾਈ ਵੀ ਆ, ਚੌੜਾਈ ਵੀ ਆ, ਇਸ ਲਈ ਉਹ 3 ਡਾਇਮੈਂਸ਼ਨਲ ਆ। ਇਸ ਤਰ੍ਹਾਂ ਮੈਪ ਕੀ ਆ, ਮੈਪ A map is drawn on a flat surface। ਇਹਨੂੰ ਆਪਾਂ ਫਲੈਟ ਸਰਫੇਸ ਤੇ ਡਰਾ ਕਰਦੇ ਹਾਂ। ਮੈਪ ਇਜ਼ ਈਜ਼ੀਅਰ ਟੂ ਹੈਂਡਲ ਦੈਨ ਅ ਗਲੋਬ। ਤੇ ਮੈਪ ਨੂੰ ਹੈਂਡਲ ਕਰਨਾ ਗਲੋਬ ਦੇ ਨਾਲੋਂ ਈਜ਼ੀ ਆ। ਆਪਾਂ ਕੀ ਕਰਦੇ ਹਾਂ, ਮੈਪ ਨੂੰ ਫੋਲਡ ਕੀਤਾ, ਪੋਕਟ 'ਚ ਰੱਖਿਆ ਤੇ ਜਿੱਥੇ ਜਾਣਾ ਚਲੇ ਗਏ। ਬਟ ਗਲੋਬ ਨੂੰ ਕੀ ਆ, ਗਲੋਬ ਨੂੰ ਆਪਾਂ ਪੋਕਟ ਦੇ ਵਿੱਚ ਨਹੀਂ ਰੱਖ ਸਕਦੇ, ਉਹਨੂੰ ਹੱਥ 'ਚ ਫੜ ਕੇ ਲੈ ਕੇ ਜਾਣਾ ਹੁੰਦਾ ਹੈ, ਠੀਕ ਹੈ। ਤੇ ਇਸ ਤਰ੍ਹਾਂ ਜਿਹੜਾ ਮੈਪ ਆ ਉਹ ਕੈਰੀ ਕਰਨਾ ਆਸਾਨ ਹੁੰਦਾ, ਅਸੀਂ ਕਿਤੇ ਵੀ ਲੈ ਕੇ ਜਾ ਸਕਦੇ ਹਾਂ, ਪਰ ਗਲੋਬ ਨੂੰ ਕਿਤੇ ਵੀ ਲੈ ਕੇ ਨਹੀਂ ਜਾ ਸਕਦੇ, ਠੀਕ ਹੈ। ਨੈਕਸਟ ਕੀ ਆ, ਰਾਈਟ ਮੈਪ ਵਾਈ ਮੈਪਸ ਵਰ ਮੇਡ, ਗਿਵ ਦੇਅਰ ਇੰਪੋਰਟੈਂਸ। ਮੈਪਸ ਕਿਉਂ ਬਣਾਏ ਗਏ ਸੀ ਤੇ ਇਹਨਾਂ ਦੀ ਇੰਪੋਰਟੈਂਸ ਕੀ ਆ। ਦਾ ਪੋਜੀਸ਼ਨ ਆਫ ਦਾ ਪਲੇਸਿਸ ਆਰ ਸ਼ੋਨ ਇਨ ਦਾ ਮੈਪਸ। ਮੈਪ ਦੇ ਵਿੱਚ ਅਸੀਂ ਪੋਜੀਸ਼ਨ ਦਿਖਾਉਂਦੇ ਆ ਕਿਸੇ ਵੀ ਜਗ੍ਹਾ ਦੀ, ਠੀਕ ਹੈ। ਸ਼ਿਮਲਾ ਇੱਥੇ ਆ, ਜੇ ਸ਼ਿਮਲਾ ਇੱਥੇ ਆ, ਉੱਤਰ ਪ੍ਰਦੇਸ਼ ਇੱਥੇ ਆ, ਦਿੱਲੀ ਇੱਥੇ ਆ, ਪੰਜਾਬ ਇੱਥੇ ਆ, ਹਰਿਆਣਾ ਇੱਥੇ ਆ, ਠੀਕ ਹੈ। ਹਰੇਕ ਚੀਜ਼ ਜਿੱਥੇ ਜਿੱਥੇ ਆ ਉਹਨੂੰ ਦਿਖਾ ਦਿੰਦੇ ਆਪਾਂ ਮੈਪ ਦੇ ਵਿੱਚ, ਠੀਕ ਹੈ। ਵੀ ਕੈਨ ਫਾਈਂਡ ਦਾ ਡਿਸਟੈਂਸ ਆਫ ਵਨ ਪਲੇਸ ਟੂ ਅਨਦਰ ਵਿਦ ਦਾ ਹੈਲਪ ਆਫ ਮੈਪਸ। ਮੈਪ ਦੀ ਹੈਲਪ ਨਾਲ ਅਸੀਂ ਡਿਫਰੈਂਸ ਪਤਾ ਕਰ ਸਕਦੇ ਹਾਂ ਵੀ ਦਿੱਲੀ ਦੇ ਵਿੱਚ ਤੇ ਵੈਸਟ ਬੰਗਾਲ ਦੇ ਵਿੱਚ ਕਿੰਨਾ ਫਰਕ ਆ, ਇਹ ਕੁਝ ਆਪਾਂ ਪਤਾ ਕਰ ਸਕਦੇ ਹਾਂ ਮੈਪ ਦੀ ਹੈਲਪ ਨਾਲ। ਦਾ ਰੂਟਸ, ਰਿਵਰਸ, ਫਿਜ਼ੀਕਲ ਫੀਚਰਸ ਐਕਸੈਟਰਾ ਕੈਨ ਬੀ ਈਜ਼ੀਲੀ ਲੋਕੇਟਡ ਵਿਦ ਦਾ ਹੈਲਪ ਆਫ ਮੈਪਸ। ਮੈਪ ਦੀ ਹੈਲਪ ਨਾਲ ਸਾਨੂੰ ਆਸਾਨੀ ਨਾਲ ਪਤਾ ਲੱਗ ਜਾਂਦਾ ਵੀ ਸੜਕ ਕਿੱਥੇ ਆ, ਰਿਵਰਸ ਕਿੱਥੇ ਨੇ, ਪਹਾੜ ਕਿੱਥੇ ਆ, ਪਠਾਰ ਕਿੱਥੇ ਆ, ਹੈ ਨਾ, ਸਭ ਕੁਝ ਸਾਨੂੰ ਕੀ ਆ, ਬੜੀ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ ਮੈਪ ਦੀ ਹੈਲਪ ਦੇ ਨਾਲ, ਠੀਕ ਹੈ। ਆ ਮੈਪਸ ਜਿਹੜਾ ਆਪਾਂ ਪਿੱਛੇ ਡਿਸਕਸ ਕਰਕੇ ਆਏ ਆ, ਇੱਥੇ ਵੀ ਦਿੱਤਾ ਹੋਇਆ, ਠੀਕ ਹੈ। ਨੈਕਸਟ ਕੀ ਆ, ਐਨਲਿਸਟ ਦਾ ਡਿਫਰੈਂਟ ਟਾਈਪਸ ਆਫ ਮੈਪਸ। ਮੈਪਸ ਦੀਆਂ ਜਿਹੜੀਆਂ ਡਿਫਰੈਂਟ ਟਾਈਪਸ ਨੇ ਉਹਦੇ ਬਾਰੇ ਦੱਸੋ, ਠੀਕ ਹੈ। ਫਿਜ਼ੀਕਲ ਮੈਪ ਦੱਸਿਆ ਸੀ ਨਾ, ਜਿਹਦੇ ਵਿੱਚ ਪਹਾੜ ਹੋ ਗਿਆ, ਪਠਾਰ ਹੋ ਗਿਆ, ਨਦੀਆਂ ਹੋ ਗਈਆਂ, ਆਪਣਾ ਸਮਤਲ ਜ਼ਮੀਨ ਹੋ ਗਿਆ, ਇਹ ਸਭ ਕੁਝ ਜਿਹਦੇ ਵਿੱਚ ਦਿਖਾਉਂਦੇ ਆ ਉਹ ਹੋ ਗਿਆ ਫਿਜ਼ੀਕਲ ਮੈਪ। ਹਿਸਟੋਰੀਕਲ ਮੈਪ ਜਿਹਦੇ ਤੋਂ ਸਾਨੂੰ ਇਤਿਹਾਸ ਬਾਰੇ ਪਤਾ ਲੱਗਦਾ ਹੈ, ਉਹਨੂੰ ਆਪਾਂ ਹਿਸਟੋਰੀਕਲ ਮੈਪ ਕਹਿ ਦਿੰਦੇ ਹਾਂ, ਠੀਕ ਹੈ। ਡਿਸਟ੍ਰੀਬਿਊਸ਼ਨਲ ਮੈਪ, ਜਿਹਦੇ ਬਾਰੇ ਡਿਸਟ੍ਰੀਬਿਊਸ਼ਨ ਦਾ ਪਤਾ ਲੱਗਦਾ, ਠੀਕ ਹੈ। ਪੰਜਾਬ ਦਾ ਖੇਤਰ ਕਿੰਨਾ, ਹਰਿਆਣਾ ਦਾ ਖੇਤਰ ਕਿੰਨਾ ਆ, ਦਿੱਲੀ ਦਾ ਖੇਤਰ ਕਿੰਨਾ ਹੈ, ਇਹਨਾਂ ਦਾ ਬਾਰਡਰ ਕਿੱਥੋਂ ਕਿੱਥੋਂ ਜਾ ਰਿਹਾ, ਕਿਸ ਕਿਸ ਰਾਜ ਨੂੰ ਟੱਚ ਕਰ ਰਿਹਾ, ਇਹਨਾਂ ਚੀਜ਼ਾਂ ਬਾਰੇ ਸਾਨੂੰ ਜਿੱਥੋਂ ਪਤਾ ਲੱਗਦਾ ਉਹ ਕੀ ਆ, ਡਿਸਟ੍ਰੀਬਿਊਟਰੀ ਮੈਪਸ ਹੋ ਗਏ, ਠੀਕ ਹੈ। ਉਦੋਂ ਬਾਅਦ ਕੀ ਆ, ਟੋਪੋਗ੍ਰਾਫਿਕਲ ਮੈਪਸ, ਠੀਕ ਹੈ, ਅਤੇ ਐਟਲਸ ਮੈਪਸ। ਐਟਲਸ ਮੈਪਸ ਨੇ ਦੱਸਿਆ ਸੀ ਜਿਹੜੀ ਕੀ ਆ, ਇੱਕ ਬੁੱਕ ਹੁੰਦੀ ਆ ਹਰੇਕ ਮੈਪ ਦੀ, ਮਤਲਬ ਅਲੱਗ-ਅਲੱਗ ਮੈਪਸ ਨੂੰ ਇਕੱਠਾ ਕਰਕੇ ਇੱਕ ਬੁੱਕ ਦੇ ਵਿੱਚ ਦਿੱਤਾ ਹੁੰਦਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਐਟਲਸ ਮੈਪਸ, ਠੀਕ ਹੈ। ਉਸ ਤੋਂ ਬਾਅਦ ਮੇਕ ਅ ਚਾਰਟ ਆਫ ਦਾ ਕਨਵੈਨਸ਼ਨਲ ਸਿੰਬਲਸ। ਕਨਵੈਨਸ਼ਨਲ ਸਿੰਬਲਸ ਦਾ ਆਪਾਂ ਚਾਰਟ ਬਣਾਉਣਾ ਹੈ। ਜਿਹੜੀ ਕਨਵੈਨਸ਼ਨਲ ਦਾ ਮਤਲਬ ਹੁੰਦਾ ਜੋ ਸਾਰੀ ਦੁਨੀਆ ਦੇ ਵਿੱਚ ਮੰਨਿਆ ਜਾ ਰਿਹਾ, ਠੀਕ ਹੈ, ਕੋਈ ਵੀ ਦੇਸ਼ ਉਹਨੂੰ ਮੰਨਣ ਤੋਂ ਇਨਕਾਰ ਨਹੀਂ ਕਰ ਸਕਦਾ ਅਜਿਹੇ ਸਿੰਬਲਸ। ਤਾਂ ਇਹ ਚਾਰਟ ਦਿੱਤਾ ਹੋਇਆ ਜਿਹੜਾ ਆਪਾਂ ਪਿੱਛੇ ਡਿਸਕਸ ਕਰਕੇ ਆਏ ਹਾਂ। ਉਸ ਤੋਂ ਬਾਅਦ ਕੀ ਆ, ਇਨ ਕਲਰਡ ਮੈਪ ਵਿਦ ਵਿਚ ਕਲਰ ਵੀ ਸ਼ੋ ਦਾ ਮਾਊਂਟੇਨਸ, ਅਪਲੈਂਡਸ, ਪਲੇਨਸ, ਰਿਵਰਸ, ਫੋਰੈਸਟ ਐਂਡ ਸਨੋ ਕਵਰਡ ਹਿਲਸ। ਮਤਲਬ ਇਹਨਾਂ ਚੀਜ਼ਾਂ ਨੂੰ ਅਸੀਂ ਕਿਸ ਕਿਸ ਕਲਰ ਨਾਲ ਦਿਖਾਉਂਦੇ ਆ, ਉਹ ਇੱਥੇ ਦਿਖਾਇਆ ਹੋਇਆ, ਠੀਕ ਹੈ। ਮਾਊਂਟੇਨਸ ਕਾਹਦੇ ਨਾਲ, ਬਰਾਊਨ ਨਾਲ। ਅਪਲੈਂਡਸ, ਠੀਕ ਹੈ, ਉਹਨੂੰ ਆਪਾਂ ਕਾਹਦੇ ਨਾਲ ਦਿਖਾਉਂਦੇ ਆ, ਯੈਲੋ ਨਾਲ। ਅਪਲੈਂਡਸ ਜਿਹੜੇ ਜਿਵੇਂ ਆ ਸਮਤਲ ਜ਼ਮੀਨ ਹੈ, ਇਹ ਤੋਂ ਥੋੜੀ ਜਿਹੀ ਉੱਚੀ ਹੋਵੇ, ਠੀਕ ਹੈ, ਉਹਨੂੰ ਕਹਿ ਦਿੰਦੇ ਆ, ਜਿਹਨੂੰ ਆਪਾਂ ਪਲੇਟਿਵ ਜਾਂ ਪਠਾਰ ਵੀ ਕਹਿ ਦਿੰਦੇ ਆ, ਉਹਨੂੰ ਕਾਹਦੇ ਨਾਲ ਦਿਖਾਉਂਦੇ ਆ, ਯੈਲੋ ਨਾਲ। ਪਲੇਨਸ ਨੂੰ ਆਪਾਂ ਗ੍ਰੀਨ ਨਾਲ ਦਿਖਾ ਦਿੰਦੇ ਆ, ਰਿਵਰਸ ਨੂੰ ਆਪਾਂ ਬਲੂ ਨਾਲ ਦਿਖਾ ਦਿੰਦੇ ਆ, ਫੋਰੈਸਟ ਨੂੰ ਵੀ ਗ੍ਰੀਨ ਨਾਲ ਦਿਖਾ ਦਿੰਦੇ ਆ, ਸਨੋ ਨੂੰ ਆਪਾਂ ਵਾਈਟ ਨਾਲ ਦਿਖਾ ਦਿੰਦੇ ਆ, ਠੀਕ ਹੈ। ਉਸ ਤੋਂ ਬਾਅਦ ਕੀ ਆ, ਵਟ ਇਜ਼ ਦਾ ਯੂਜ਼ ਆਫ ਡਾਇਰੈਕਸ਼ਨ ਇਨ ਦਾ ਮੈਪਸ। ਮੈਪ ਦਾ ਯੂਜ਼ ਕੀ ਹੁੰਦਾ, ਡਾਇਰੈਕਸ਼ਨ ਦਾ ਕੀ ਯੂਜ਼ ਹੁੰਦਾ ਮੈਪ ਦੇ ਵਿੱਚ। ਵੀ ਲੋਕੇਟ ਦਾ ਪਲੇਸਿਸ ਵਿਦ ਦਾ ਹੈਲਪ ਆਫ ਡਾਇਰੈਕਸ਼ਨ। ਡਾਇਰੈਕਸ਼ਨ ਦੀ ਹੈਲਪ ਨਾਲ ਅਸੀਂ ਕੋਈ ਜਗ੍ਹਾ ਲੱਭ ਸਕਦੇ ਹਾਂ, ਠੀਕ ਹੈ। ਈਸਟ ਵੈਸਟ ਸਾਨੂੰ ਪਤਾ ਲੱਗਿਆ, ਈਸਟ ਵੈਸਟ ਨਾਰਥ ਸਾਊਥ ਪਤਾ ਲੱਗਿਆ ਤਾਂ ਸਾਨੂੰ ਪਤਾ ਲੱਗ ਜਾਏਗਾ। ਤੇ ਇੱਥੇ ਕੀ ਆ, ਇੱਥੇ ਸਾਨੂੰ ਦਿੱਤਾ ਹੋਇਆ ਬਿਹਾਰ, ਠੀਕ ਹੈ, ਕੀ ਦਿੱਤਾ ਹੋਇਆ, ਬਿਹਾਰ ਦਿੱਤਾ ਹੋਇਆ। ਤੇ ਮੈਂ ਇੱਥੇ ਖੜੀ ਹਾਂ, ਮੈਨੂੰ ਪਤਾ ਲੱਗ ਜਾਏਗਾ ਕਿ ਮੈਂ ਕਿਸ ਡਾਇਰੈਕਸ਼ਨ ਵਿੱਚ ਜਾਣਾ। ਮੈਂ ਵੈਸਟ ਤੇ ਖੜੀ ਹਾਂ, ਮੈਂ ਜਾਣਾ ਕਿੱਥੇ ਆ, ਨਾਰਥ ਈਸਟ ਦੇ ਵਿੱਚ ਜਾਣਾ, ਠੀਕ ਹੈ, ਕਿਉਂਕਿ ਈਸਟ ਇੱਥੇ ਆ, ਨਾਰਥ ਇੱਥੇ ਆ। ਤੇ ਜਿਹੜਾ ਬਿਹਾਰ ਆ ਕਿੱਥੇ ਆ, ਨਾਰਥ ਤੇ ਈਸਟ ਦੇ ਵਿਚਕਾਰ ਆ, ਨਾ ਨਾਰਥ ਵਿੱਚ ਆ ਨਾ ਈਸਟ ਵਿੱਚ ਆ, ਇਹਨਾਂ ਦੇ ਵਿਚਕਾਰ ਆ। ਇਹਨੂੰ ਆਪਾਂ ਕੀ ਕਹਿੰਦੇ ਆ, ਨਾਰਥ ਈਸਟ ਕਹਿੰਦੇ ਆ, ਠੀਕ ਹੈ। ਇਸੇ ਤਰ੍ਹਾਂ ਜਦ ਨਾਰਥ ਤੇ ਵੈਸਟ ਦੇ ਵਿਚਕਾਰ ਹੋਏਗਾ ਉਹਨੂੰ ਆਪਾਂ ਨਾਰਥ ਵੈਸਟ ਕਹਿ ਦਿੰਦੇ ਆ।
ਜੇ ਵੈਸਟ ਤੇ ਸਾਊਥ ਦੇ ਵਿਚਕਾਰ ਹੋਏਗੀ ਕੋਈ ਜਗ੍ਹਾ ਤਾਂ ਉਹਨੂੰ ਸਾਊਥ ਵੈਸਟ, ਤੇ ਜੇ ਸਾਊਥ ਤੇ ਈਸਟ ਦੇ ਵਿਚਕਾਰ ਕੋਈ ਜਗ੍ਹਾ ਹੋਏਗੀ ਤਾਂ ਉਹਨੂੰ ਸਾਊਥ ਈਸਟ ਕਹਿ ਦਿੰਦੇ ਹਾਂ। ਠੀਕ ਹੈ, ਤਾਂ ਇਸ ਤਰ੍ਹਾਂ ਆਪਾਂ ਲੋਕੇਟ ਕਰ ਲੈਂਦੇ ਹਾਂ ਕਿ ਜੇ ਮੈਂ ਇਸ ਜਗ੍ਹਾ ਤੇ ਖੜੀ ਹਾਂ, ਮੈਂ ਜਾਣਾ ਇਸ ਤਰ੍ਹਾਂ ਆ, ਇਸ ਜਗ੍ਹਾ ਨੂੰ ਆ, ਤਾਂ ਇਟ ਮੀਨਸ ਮੈਂ ਨੌਰਥ ਈਸਟ ਡਾਇਰੈਕਸ਼ਨ ਦੇ ਵਿੱਚ ਜਾਵਾਂ। ਇਹ ਯੂਜ਼ ਹੁੰਦਾ ਹੈ ਡਾਇਰੈਕਸ਼ਨ ਦਾ। ਠੀਕ ਹੈ, ਡਾਇਰੈਕਸ਼ਨ ਦੇ ਥਰੂ ਸਾਨੂੰ ਪਤਾ ਲੱਗ ਜਾਂਦਾ ਮੈਂ ਕਿਸ ਡਾਇਰੈਕਸ਼ਨ 'ਚ ਜਾਣਾ ਹੈ। ਉਸ ਤੋਂ ਬਾਅਦ ਹਾਊ ਡਜ਼ ਸਕੇਲ ਆਫ ਦਾ ਮੈਪ ਹੈਲਪ ਅਸ ਟੂ ਸਟੱਡੀ ਦਾ ਮੈਪ। ਅਗੇਨ ਸਕੇਲ ਹੀ ਪੁੱਛਿਆ ਵੀ ਵੱਡੀ ਦੂਰੀ ਨੂੰ ਆਪਾਂ ਛੋਟਾ ਕਰਕੇ ਕਿਵੇਂ ਦਿਖਾ ਸਕਦੇ ਹਾਂ, ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿਵੇਂ ਦਿਖਾ ਸਕਦੇ ਹਾਂ। ਠੀਕ ਹੈ, ਵੀ ਕੈਨ ਨੋਟ ਸ਼ੋ ਥਾਊਜੈਂਡਸ ਕਿਲੋਮੀਟਰ ਡਿਸਟੈਂਸ ਔਨ ਸਮੋਲ ਮੈਪ, ਮਤਲਬ ਛੋਟੇ ਜਿਹੇ ਮੈਪ 'ਤੇ ਅਸੀਂ 1000 ਕਿਲੋਮੀਟਰ ਦੀ ਡਿਸਟੈਂਸ ਨੂੰ ਨਹੀਂ ਦਿਖਾ ਸਕਦੇ। ਸੋ ਵੀ ਸ਼ੋ ਦਿਸ ਔਨ ਸਮੋਲ ਸਕੇਲ, ਇਸ ਲਈ ਆਪਾਂ ਉਹਨੂੰ ਛੋਟਾ ਜਿਹਾ ਕਰਕੇ ਦਿਖਾ ਦਿੰਦੇ ਹਾਂ। ਫੋਰ ਐਗਜ਼ਾਮਪਲ ਵੀ ਕੈਨ ਸ਼ੋ 1000 ਕਿਲੋਮੀਟਰ ਸਰਫੇਸ ਡਿਸਟੈਂਸ ਇਨ ਪ੍ਰੋਪੋਰਸ਼ਨ ਔਨ 10 ਸੈਂਟੀਮੀਟਰ ਸਕੇਲ। ਇਸ ਲਈ ਆਪਾਂ ਕੀ ਕਰਦੇ ਹਾਂ, ਫੋਰ ਐਗਜ਼ਾਮਪਲ ਆਪਾਂ ਕੀ ਕਰਦੇ ਹਾਂ, 100 ਕਿਲੋਮੀਟਰ ਦੇ ਡਿਸਟੈਂਸ ਨੂੰ ਆਪਾਂ ਕੀ ਕਰ ਦਿੰਦੇ ਹਾਂ, 10 ਸੈਂਟੀਮੀਟਰ ਦੇ ਨਾਲ ਦਿਖਾ ਦਿੰਦੇ ਹਾਂ। ਠੀਕ ਹੈ, 10 ਸੈਂਟੀਮੀਟਰ ਦਾ ਮਤਲਬ 1000 ਕਿਲੋਮੀਟਰ ਦੀ ਦੂਰੀ, ਇਹਨੂੰ ਆਪਾਂ ਕੀ ਕਹਿੰਦੇ ਹਾਂ, ਸਕੇਲ ਕਹਿੰਦੇ ਹਾਂ। ਵਟ ਇਜ਼ ਦਾ ਇੰਪੋਰਟੈਂਸ ਆਫ ਦਾ ਕੀ ਇਨ ਦਾ ਮੈਪ। ਕੀ ਦਾ ਇੰਪੋਰਟੈਂਟ ਕੀ ਹੁੰਦਾ ਹੈ ਮੈਪ ਦੇ ਵਿੱਚ। ਵੀ ਕੈਨ ਨੋਟ ਸ਼ੋ ਰੋਡਸ, ਰੇਲਵੇਜ਼, ਸਿਟੀਜ਼, ਰਿਵਰਸ ਐਕਸੈਟਰਾ। ਅਸੀਂ ਮੈਪ ਦੇ ਵਿੱਚ ਹਰੇਕ ਸ਼ਹਿਰ ਨੂੰ, ਸਿਟੀਜ਼ ਨੂੰ, ਰੇਲਵੇ ਨੂੰ ਨਹੀਂ ਦਿਖਾ ਸਕਦੇ। ਠੀਕ ਹੈ, ਇਨ ਦੇਅਰ ਐਕਚੁਅਲ ਸਾਈਜ਼, ਉਹਨਾਂ ਦੇ ਅਸਲੀ ਸਾਈਜ਼ ਦੇ ਵਿੱਚ ਜਿਸ ਤਰ੍ਹਾਂ ਦੇ ਉਹ ਹੈਗੇ ਨੇ, ਜਿੰਨੇ ਵੱਡੇ ਹੈਗੇ ਨੇ। ਠੀਕ ਹੈ, ਇਸ ਤਰ੍ਹਾਂ ਨਹੀਂ ਦਿਖਾ ਸਕਦੇ। ਸੋ ਵੀ ਯੂਜ਼ ਸਿੰਬਲਸ ਟੂ ਸ਼ੋ ਦੈਮ, ਟੂ ਸ਼ੋ ਦੀਜ਼। ਠੀਕ ਹੈ, ਇਸ ਲਈ ਆਪਾਂ ਇਹਨਾਂ ਨੂੰ ਦਿਖਾਉਣ ਦੇ ਲਈ ਸਿੰਬਲ ਨੂੰ ਯੂਜ਼ ਕਰਦੇ ਹਾਂ। ਠੀਕ ਹੈ, these signs show natural and man made features on the map। ਠੀਕ ਹੈ, ਇਹ ਕਿਸ ਤਰ੍ਹਾਂ ਦੇ ਹੋ ਸਕਦੇ ਹਨ, ਨੇਚੁਰਲ ਵੀ ਹੋ ਸਕਦੇ। ਨੇਚੁਰਲ ਮਤਲਬ ਪਹਾੜ, ਨਦੀਆਂ, ਜੰਗਲ, ਇਹ ਕੀ ਹੈ, ਨੇਚੁਰਲ ਨੇ, ਕੁਦਰਤੀ ਤੌਰ 'ਤੇ ਬਣੀਆਂ ਹੋਈਆਂ ਨੇ। ਠੀਕ ਹੈ, ਇਹ ਵੀ ਇਸ ਤਰ੍ਹਾਂ ਦੇ ਵੀ ਹੋ ਸਕਦੇ ਨੇ ਸਿੰਬਲਸ। ਅਤੇ ਕੁਝ ਮੈਨ ਮੇਡ, ਜਿਵੇਂ ਕਿ ਸੜਕਾਂ ਮਨੁੱਖ ਨੇ ਬਣਾਈਆਂ ਨੇ, ਰੇਲਵੇਜ਼ ਮਨੁੱਖ ਨੇ ਬਣਾਈਆਂ ਨੇ। ਠੀਕ ਹੈ, ਕੈਪੀਟਲਸ ਮਨੁੱਖ ਨੇ ਬਣਾਈਆਂ ਨੇ। ਅਤੇ ਜੇ ਆਪਾਂ ਇਹਨਾਂ ਨੂੰ ਸ਼ੋ ਰਹੇ, ਉਹ ਹੋ ਗਏ ਮੈਨ ਮੇਡ। ਠੀਕ ਹੈ, ਤੇ ਇਹ ਮੈਨ ਮੇਡ ਵੀ ਹੋ ਸਕਦੇ ਆ, ਨੇਚੁਰਲ ਵੀ ਹੋ ਸਕਦੇ ਆ ਸਿੰਬਲਸ। ਠੀਕ ਹੈ, ਇੱਥੇ ਕੁਝ ਸਿੰਬਲਸ ਦਿੱਤੇ ਹੋਏ ਆ, ਤੁਹਾਨੂੰ ਦੇਖ ਲਓ। ਠੀਕ ਹੈ, ਇਹ ਰੇਲਵੇ ਦਾ ਸਿੰਬਲ ਹੋ ਗਿਆ, ਟਰਾਂਸਪੋਰਟ ਦਾ ਸਿੰਬਲ ਹੋ ਗਿਆ। ਠੀਕ ਹੈ, ਕੈਪੀਟਲ ਹੋ ਗਈ ਆਪਣੀ ਦੇਸ਼ ਦੀ ਕੈਪੀਟਲ ਹੋ ਗਈ, ਰਾਜ ਦੀ ਰਾਜਧਾਨੀ ਹੋ ਗਈ, ਕੋਈ ਟਾਊਨ ਹੋ ਗਿਆ, ਹੈ ਨਾ, ਪਾਣੀ ਦੇ ਸਰੋਤ, ਇਸ ਤਰ੍ਹਾਂ ਨਾਲ ਦਿਖਾਏ ਜਾਂਦੇ। ਤਾਂ ਇਹ ਸਿੰਬਲਸ ਨੇ ਜੋ ਸਾਰੀ ਦੁਨੀਆ ਦੇ ਵਿੱਚ ਨੇ। ਠੀਕ ਹੈ, ਇਸ ਤਰ੍ਹਾਂ ਜਿਹੜੀ ਸਾਡੀ ਵੀਡੀਓ ਹੈਗੀ ਆ ਉਹ ਖਤਮ ਹੋ ਗਈ ਆ। ਜੇ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਪੁੱਛ ਸਕਦੇ ਹੋ, ਕੋਈ ਸੁਜੈਸ਼ਨ ਵੀ ਦੇਣੀ ਚਾਹੁੰਦੇ ਹੋ